ਹੈਲੋ ਫਰੈਂਡਸ, ਵੈਲਕਮ ਟੂ ਮੈਗਨੀਫੀਸੈਂਟ ਲਰਨਿੰਗ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪ੍ਰੀਵੀਅਸ ਈਅਰ ਪੇਪਰ 2015 ਦਾ ਡਿਸਕਸ ਕਰਨ ਜਾ ਰਹੇ ਹਾਂ। 150 ਟੋਟਲ ਕੁਐਸਚਨਸ ਨੇ ਜਿਨ੍ਹਾਂ ਨੂੰ ਅਸੀਂ ਡਿਸਕਸ ਕਰਾਂਗੇ। ਐਂਡ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ, ਇੰਗਲਿਸ਼, ਪੰਜਾਬੀ, ਮੈਥਸ ਐਂਡ ਈਵੀਐਸ ਸਾਰੇ ਹੀ ਸੈਕਸ਼ਨਸ ਨੂੰ ਅਸੀਂ ਵਨ ਵੀਡੀਓ ਦੇ ਵਿੱਚ ਹੀ ਡਿਸਕਸ ਕਰਨ ਜਾ ਰਹੇ ਹਾਂ। ਸੋ ਵੈਰੀ ਇੰਪੋਰਟੈਂਟ ਵੀਡੀਓ ਹੋਣ ਵਾਲੀ ਹੈ। ਵਿਦਆਊਟ ਵੇਸਟਿੰਗ ਟਾਈਮ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਹੈ, ਅਭਿਆਸ ਦਾ ਨਿਯਮ ਕਿਸ ਸਕੂਲ ਦਾ ਯੋਗਦਾਨ ਹੈ? ਵਿਵਹਾਰਵਾਦ, ਰਚਨਾਤਮਕਵਾਦ, ਗੈਸਟਾਲਟ ਸਕੂਲ ਜਾਂ ਫਿਰ ਮਨੋਵਿਸ਼ਲੇਸ਼ਣ। ਸੋ ਰਾਈਟ ਆਪਣੇ ਕੋਲ ਆਂਸਰ ਹੈ ਵਿਵਹਾਰਵਾਦ। ਅਭਿਆਸ ਦਾ ਨਿਯਮ ਵਿਵਹਾਰਵਾਦ ਸਕੂਲ ਦਾ ਯੋਗਦਾਨ ਹੈ। ਜਿਹੜੇ ਵੀ ਆਂਸਰਸ ਮੈਂ ਤੁਹਾਨੂੰ ਦੱਸਾਂਗੀ ਇਹ ਸਾਰੇ ਹੀ ਓਫੀਸ਼ੀਅਲ ਆਂਸਰਸ ਨੇ, ਠੀਕ ਹੈ ਜੀ। ਸੋ ਗਲਤ ਆਂਸਰ ਨਹੀਂ ਦੱਸੇ ਜਾਣਗੇ, ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਨੈਕਸਟ ਹੈ, ਇਹ ਕਿਹਾ ਜਾਂਦਾ ਹੈ ਕਿ ਅਧਿਆਪਕ ਨੂੰ ਸਰੋਤ ਸੰਪੰਨ ਹੋਣਾ ਚਾਹੀਦਾ ਹੈ। ਇਸ ਦਾ ਅਰਥ ਹੈ ਉਸ ਕੋਲ ਇੰਨਾ ਪੈਸਾ ਅਤੇ ਜਾਇਦਾਦ ਹੋਣੀ ਚਾਹੀਦੀ ਹੈ ਕਿ ਉਸ ਨੂੰ ਟਿਊਸ਼ਨਾਂ ਨਾ ਕਰਨੀਆਂ ਪੈਣ। ਉਸ ਦਾ ਉੱਚ ਅਧਿਕਾਰੀਆਂ ਨਾਲ ਸੰਪਰਕ ਹੋਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਕੋਈ ਨੁਕਸਾਨ ਨਾ ਹੋ ਸਕੇ। ਉਸ ਨੂੰ ਇੰਨਾ ਕੁ ਗਿਆਨ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕੇ, ਜਾਂ ਫਿਰ ਉਸ ਦੀ ਵਿਦਿਆਰਥੀਆਂ ਵਿੱਚ ਚੰਗੀ ਸਾਖ ਹੋਣੀ ਚਾਹੀਦੀ ਹੈ ਤਾਂ ਕਿ ਉੱਚ ਅਧਿਕਾਰੀ ਉਸ ਨੂੰ ਦੰਡ ਨਾ ਦੇ ਸਕਣ। ਸੋ ਇਸ ਦੀ ਰਾਈਟ ਆਪਸ਼ਨ ਹੈ ਆਪਸ਼ਨ ਥਰਡ, ਸੀ ਆਪਸ਼ਨ ਬਿਲਕੁਲ ਸਹੀ ਹੈ। ਇਹ ਕਿਹਾ ਜਾਂਦਾ ਹੈ ਕਿ ਅਧਿਆਪਕ ਨੂੰ ਸਰੋਤ ਸੰਪੰਨ ਹੋਣਾ ਚਾਹੀਦਾ ਹੈ। ਇਸ ਦਾ ਅਰਥ ਹੈ ਉਸ ਨੂੰ ਇੰਨਾ ਕੁ ਗਿਆਨ ਹੋਵੇ ਕਿ ਉਹ ਆਪਣੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕੇ। ਨੈਕਸਟ ਕੁਐਸਚਨ, ਸੰਵਿਧਾਨ ਦੀ ਕਿਸ ਸੋਧ ਰਾਹੀਂ 6 ਤੋਂ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਵਿੱਦਿਆ ਨੂੰ ਮੁਫਤ ਅਤੇ ਲਾਜ਼ਮੀ ਕੀਤਾ ਗਿਆ ਹੈ? ਸੋ ਅਸੀਂ ਨੇ ਸੰਵਿਧਾਨ ਦੀ ਸੋਧ ਦੱਸਣੀ ਹੈ। 95ਵੀਂ ਸੋਧ, 94ਵੀਂ ਸੋਧ, 93ਵੀਂ ਸੋਧ ਜਾਂ ਫਿਰ 73ਵੀਂ ਸੋਧ। ਰਾਈਟ ਆਂਸਰ ਹੈ 93ਵੀਂ ਸੋਧ, ਠੀਕ ਹੈ ਜੀ। ਜੋ ਬੱਚਾ ਸਕੂਲੀ ਜੀਵਨ ਦੇ ਅੱਧ ਵਿਚਕਾਰ ਆਪਣੀ ਉਮਰ ਮੁਤਾਬਕ ਯੋਗ ਸ਼੍ਰੇਣੀਆਂ ਤੋਂ ਇੱਕ ਸ਼੍ਰੇਣੀ ਥੱਲੇ ਦੀ ਜਮਾਤ ਦਾ ਕੰਮ ਕਰਨ ਵਿੱਚ ਅਸਮਰੱਥ ਹੋਵੇ ਉਸ ਨੂੰ ਵਿਦਿਅਕ ਤੌਰ 'ਤੇ ਪਛੜਿਆ ਹੋਇਆ ਕਿਹਾ ਜਾਂਦਾ ਹੈ। ਪਛੜੇ ਹੋਏ ਬੱਚੇ ਦੀ ਇਹ ਪਰਿਭਾਸ਼ਾ ਕਿਸ ਵੱਲੋਂ ਦਿੱਤੀ ਗਈ ਹੈ? ਥਾਰਨਡਾਈਕ, ਸਿਰਿਲ ਬਰਟਨ, TKA ਮੈਨ। ਸੋ ਇਹਦੀ ਰਾਈਟ ਆਂਸਰ ਹੈ ਸਿਰਿਲ ਬਰਟ ਨੇ ਇਹ ਗੱਲ ਕਹੀ ਹੈ। ਮਰਦ ਅਤੇ ਔਰਤ ਦੇ ਵਿਚਕਾਰ ਦੀਆਂ ਸੱਭਿਆਚਾਰਕ ਉਮੀਦਾਂ ਨੂੰ ਕੀ ਕਿਹਾ ਜਾਂਦਾ ਹੈ? ਲਿੰਗ ਭੂਮਿਕਾਵਾਂ, ਲਿੰਗ ਦੀ ਕਿਸਮ, ਲਿੰਗ ਪਛਾਣ, ਲਿੰਗ ਅਨੁਪਾਤ ਦੀ ਸਥਿਰਤਾ। ਰਾਈਟ ਆਂਸਰ ਇਸ ਲਿੰਗ ਪਛਾਣ। ਨੈਕਸਟ ਹੈ, ਪਿਆਜੇ ਬੱਚੇ ਦੀ ਸਿੱਖਿਆ ਨੂੰ ਉਸਦੇ ਗਿਆਨਾਤਮਕ ਢਾਂਚੇ ਦੇ ਕੰਮ ਕਰਨ ਦੇ ਪੱਧਰ ਅਨੁਸਾਰ ਢਾਲਣ ਦਾ ਸਮਰਥਕ ਹੈ। ਇਸ ਸੰਕਲਪ ਨੂੰ ਕੀ ਕਹਿੰਦੇ ਹਨ? ਪਿਆਜੇ ਦੇ ਅਨੁਸਾਰ ਇਸ ਸੰਕਲਪ ਨੂੰ ਕੀ ਕਿਹਾ ਜਾਂਦਾ ਹੈ? ਸਵੈ ਸਿੱਖਣ, ਯਾਨੀ ਕਿ ਸੈਲਫ ਲਰਨਿੰਗ। ਨੈਕਸਟ, ਮੰਦਬੁੱਧੀ ਦਾ IQ ਪੱਧਰ। ਮੰਦਬੁੱਧੀ ਦਾ IQ ਪੱਧਰ 51 ਤੋਂ 70, 51 ਤੋਂ ਘੱਟ, 70 ਤੋਂ 100 ਜਾਂ ਫਿਰ 100 ਤੋਂ ਘੱਟ। ਰਾਈਟ ਆਂਸਰ ਇਸ 51 ਤੋਂ ਘੱਟ। ਨੈਕਸਟ ਕੁਐਸਚਨ ਹੈ, ਅੰਤਰਦ੍ਰਿਸ਼ਟੀ ਨਾਲ ਸਿੱਖਿਆ ਦਾ ਸਿਧਾਂਤ ਕਿਸ ਨੇ ਦਿੱਤਾ? ਪੈਵਲਵ, ਵਾਟਸਨ, ਸਕਿਨਰ ਜਾਂ ਫਿਰ ਕੋਹਲਰ। ਇਨਸਾਈਟ ਥਿਊਰੀ ਆਫ ਲਰਨਿੰਗ ਦਿੱਤੀ ਹੈ ਕੋਹਲਰ ਨੇ। ਰਾਈਟ ਆਂਸਰ ਇਸ ਕੋਹਲਰ। ਨੈਕਸਟ ਕੁਐਸਚਨ, ਸਿੱਖਣ ਦੇ ਕੋਸ਼ਿਸ਼ ਅਤੇ ਗਲਤੀ ਦੇ ਸਿਧਾਂਤ ਵਿੱਚ ਪ੍ਰਭਾਵ ਦੇ ਸਿਧਾਂਤ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਗਤੀ ਦਾ ਸਿਧਾਂਤ, ਸੁੱਖ ਤੇ ਦੁੱਖ ਦਾ ਸਿਧਾਂਤ, ਤਤਪਰਤਾ ਦਾ ਸਿਧਾਂਤ ਜਾਂ ਫਿਰ ਅਵਸਰ ਦਾ ਸਿਧਾਂਤ। ਰਾਈਟ ਆਂਸਰ ਇਸ ਸੁੱਖ ਅਤੇ ਦੁੱਖ ਦਾ ਸਿਧਾਂਤ। ਨੈਕਸਟ ਕੁਐਸਚਨ, ਜਦੋਂ ਸਮੱਸਿਆ ਦਾ ਸਿਰਫ ਇੱਕ ਹੀ ਉੱਤਰ ਹੋਵੇ ਉਸ ਉੱਤਰ ਵੱਲ ਸੇਧਿਤ ਹੋਣ ਨੂੰ ਡੈਸ਼ ਸੋਚ ਕਹਿੰਦੇ ਹਨ? ਕੇਂਦਰਮੁਖੀ, ਰਚਨਾਤਮਕ, ਵਿਕੇਂਦਰਮੁਖੀ ਜਾਂ ਫਿਰ ਮਾਨਸਿਕ ਢਾਂਚਾ। ਰਾਈਟ ਆਂਸਰ ਇਸ ਕੇਂਦਰਮੁਖੀ। ਨੈਕਸਟ ਕੁਐਸਚਨ, ਉਹ ਲੋਕ ਜਿਨ੍ਹਾਂ ਨਾਲ ਇੱਕ ਵਿਅਕਤੀ ਜ਼ੋਰਦਾਰ ਸਾਂਝ ਮਹਿਸੂਸ ਕਰਦਾ ਹੈ ਨੂੰ ਕਿਹਾ ਜਾਂਦਾ ਹੈ? ਗਰੁੱਪ ਦੇ ਅੰਦਰ ਅੰਦਰ, ਗਰੁੱਪ ਤੋਂ ਬਾਹਰ, ਸੰਕੇਤਕ ਗਰੁੱਪ, ਹੋਰਾਂ ਦਾ ਗਰੁੱਪ। ਰਾਈਟ ਆਂਸਰ ਇਸ ਗਰੁੱਪ ਦੇ ਅੰਦਰ ਅੰਦਰ। ਨੈਕਸਟ, ਰਚਨਾਤਮਕਵਾਦ ਦਾ ਜ਼ੋਰ ਦਿੰਦਾ ਹੈ। ਰਚਨਾਤਮਕਵਾਦ ਦਾ ਸਿਧਾਂਤ ਜ਼ੋਰ ਦਿੰਦਾ ਹੈ ਸਿੱਖਣ ਵਿੱਚ ਅਧਿਆਪਕ ਦੇ ਯੋਗਦਾਨ 'ਤੇ, ਜਾਣਕਾਰੀ ਨੂੰ ਯਾਦ ਰੱਖਣਾ ਅਤੇ ਪਰਖ ਸਮੇਂ ਦੱਸਣਾ, ਗਿਆਨ ਪ੍ਰਾਪਤ ਕਰਨ ਵਿੱਚ ਅਨੁਕਰਨ ਦਾ ਯੋਗਦਾਨ, ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਰਾਈਟ ਆਂਸਰ ਇਸ ਉਪਰੋਕਤ ਵਿੱਚੋਂ ਕੋਈ ਨਹੀਂ। ਨੈਕਸਟ ਕੁਐਸਚਨ ਇਸ, ਇਹ ਇੱਕ ਤੱਥ ਹੈ ਕਿ ਔਰਤਾਂ ਵਧੀਆ ਅਧਿਆਪਕ ਬਣ ਸਕਦੀਆਂ ਹਨ, ਖਾਸ ਤੌਰ 'ਤੇ ਪ੍ਰਾਇਮਰੀ ਸਕੂਲਾਂ ਵਿੱਚ। ਇਸ ਦਾ ਕਾਰਨ ਹੈ ਉਹ ਤਣਾਅਪੂਰਨ ਭਰਪੂਰ ਸਥਿਤੀਆਂ ਨੂੰ ਵਧੀਆ ਢੰਗ ਨਾਲ ਨਜਿੱਠਦੀਆਂ ਹਨ, ਉਹ ਘੱਟ ਤਨਖਾਹ 'ਤੇ ਕੰਮ ਕਰਨ ਲਈ ਤਿਆਰ ਹਨ, ਉਹਨਾਂ ਨੂੰ ਰੁਜ਼ਗਾਰ ਦੀ ਜ਼ਿਆਦਾ ਲੋੜ ਹੈ, ਜਾਂ ਫਿਰ ਉਹ ਕਈ ਕੰਮ ਇਕੱਠੇ ਕਰਨ ਦੇ ਯੋਗ ਹੁੰਦੀਆਂ ਹਨ ਅਤੇ ਨਿਮਰਵੀ। ਸੋ ਰਾਈਟ ਆਂਸਰ ਇਸ ਆਪਸ਼ਨ D, ਉਹ ਕਈ ਕੰਮ ਇਕੱਠੇ ਕਰਨ ਦੇ ਯੋਗ ਹੁੰਦੀਆਂ ਹਨ ਅਤੇ ਨਿਮਰਵੀ। ਜੇ ਬੱਚਾ 16 ਨੂੰ 61 ਲਿਖਦਾ ਹੈ ਅਤੇ B ਅਤੇ D ਵਿੱਚ ਉਲਝ ਜਾਂਦਾ ਹੈ ਤਾਂ ਇਹ ਕੇਸ ਹੈ ਦ੍ਰਿਸ਼ਟੀ ਵਿਕਾਰ, ਮਾਨਸਿਕ ਵਿਕਾਰ, ਸਿੱਖਣ ਅਯੋਗਤਾ ਜਾਂ ਫਿਰ ਮੰਦ ਬੁੱਧੀ। ਰਾਈਟ ਆਂਸਰ ਇਸ ਸਿੱਖਣ ਅਯੋਗਤਾ।
ਹੇਠ ਲਿਖਿਆਂ ਵਿੱਚੋਂ ਕਿਸ ਮਨੋਵਿਗਿਆਨੀ ਨੇ ਬੁੱਧੀ ਨੂੰ ਪ੍ਰਾਇਮਰੀ ਬੌਧਿਕ ਯੋਗਤਾ ਕਿਹਾ ਹੈ? ਥੌਰਨਡਾਈਕ, ਸਪੀਅਰਮੈਨ, ਗਿਲਫੋਰਡ ਜਾਂ ਫਿਰ ਥਰਸਟਨ। ਰਾਈਟ ਆਂਸਰ ਇਜ਼ ਥਰਸਟਨ। ਨੈਕਸਟ ਕੁਐਸਚਨ, ਵਿਕਾਸ ਤੋਂ ਭਾਵ ਨਿਰੰਤਰ ਲੜੀ ਵਿੱਚ ਵਾਪਰਨ ਵਾਲੇ ਪ੍ਰਗਤੀਸ਼ੀਲ ਪਰਿਵਰਤਨਾਂ ਤੋਂ ਹੈ ਜੋ ਅਨੁਭਵ ਅਤੇ ਪਰਿਪੱਕਤਾ ਦੇ ਨਤੀਜੇ ਵਜੋਂ ਇੱਕ ਕਰਮਬੱਧ ਅਤੇ ਪੂਰਵ ਅਨੁਮਾਨਿਤ ਢੰਗ ਨਾਲ ਹੁੰਦੇ ਹਨ। ਇਹ ਕਿਸ ਨੇ ਕਿਹਾ ਸੀ? ਸਵਿਟਸਨ ਨੇ, ਹਰਲੋਕ ਨੇ, ਪਿਆਜੇ ਨੇ, ਕ੍ਰੋਕਰੋ ਨੇ। ਰਾਈਟ ਆਂਸਰ ਇਜ਼ ਹਰਲੋਕ ਨੇ। ਠੀਕ ਹੈ ਜੀ। ਨੈਕਸਟ, ਇੱਕ ਅਧਿਆਪਕ ਲਈ ਸਭ ਤੋਂ ਵੱਡੀ ਚੁਣੌਤੀ ਹੈ ਕਿ ਵਿਦਿਆਰਥੀਆਂ ਦੀਆਂ ਵਿਅਕਤੀਗਤ ਮਨੋਵਿਗਿਆਨਕ ਲੋੜਾਂ ਨੂੰ ਸਮਝਣਾ, ਜਮਾਤ ਵਿੱਚ ਚੰਗਾ ਅਨੁਸ਼ਾਸਨ ਬਣਾ ਕੇ ਰੱਖਣਾ, ਅਧਿਆਪਨ ਸਿੱਖਣ ਪ੍ਰਕਿਰਿਆ ਨੂੰ ਆਨੰਦਮਈ ਬਣਾਉਣਾ, ਵਿਦਿਆਰਥੀਆਂ ਨੂੰ ਘਰ ਲਈ ਬਹੁਤ ਸਾਰਾ ਕੰਮ ਦੇਣਾ ਅਤੇ ਉਸ ਦੀ ਠੀਕ ਢੰਗ ਨਾਲ ਪੜਤਾਲ ਕਰਨਾ। ਰਾਈਟ ਆਂਸਰ ਇਜ਼ ਅਧਿਆਪਕ ਲਈ ਸਭ ਤੋਂ ਵੱਡੀ ਚੁਣੌਤੀ ਹੈ ਵਿਦਿਆਰਥੀਆਂ ਦੀਆਂ ਵਿਅਕਤੀਗਤ ਮਨੋਵਿਗਿਆਨਕ ਲੋੜਾਂ ਨੂੰ ਸਮਝਣਾ। ਨੈਕਸਟ ਕੁਐਸਚਨ, ਇੱਕ ਬੱਚਾ ਦੂਸਰੇ ਰੋਂਦੇ ਹੋਏ ਬੱਚੇ ਨੂੰ ਚੁੱਪ ਕਰਾਉਣ ਲਈ ਜੇਕਰ ਆਪਣਾ ਖਿਡੌਣਾ ਆਸਾਨੀ ਨਾਲ ਦੇ ਦੇਵੇ ਤਾਂ ਉਸ ਦੇ ਵਿਵਹਾਰ ਨੂੰ ਕੀ ਕਿਹਾ ਜਾਏਗਾ? ਸਮਾਜਿਕ ਵਿਕਾਸ, ਸਮਾਜਿਕ ਅਤੇ ਭਾਵਨਾਤਮਕ ਵਿਕਾਸ, ਭਾਵਨਾਤਮਕ ਵਿਕਾਸ ਜਾਂ ਫਿਰ ਗਿਆਨਾਤਮਕ ਵਿਕਾਸ। ਰਾਈਟ ਆਂਸਰ ਇਜ਼ ਸਮਾਜਿਕ ਅਤੇ ਭਾਵਨਾਤਮਕ ਵਿਕਾਸ। ਪਿਆਜੇ ਦੇ ਅਨੁਸਾਰ ਗਿਆਨਾਤਮਕ ਵਿਕਾਸ ਦੇ ਕਿੰਨੇ ਪੜਾਅ ਹਨ? 3 ਪੜਾਅ, 4 ਪੜਾਅ, 5 ਪੜਾਅ ਜਾਂ ਫਿਰ 6 ਪੜਾਅ। ਰਾਈਟ ਆਂਸਰ ਇਜ਼ 4 ਪੜਾਅ, 4 ਸਟੇजेस। ਨੈਕਸਟ ਕੁਐਸਚਨ, ਵੈਗੋਤਸਕੀ ਦੇ ਅਨੁਸਾਰ ਬਾਲ ਵਿਕਾਸ ਹੈ ਰਸਮੀ ਸਿੱਖਿਆ ਦੀ ਉਪਜ, ਸੱਭਿਆਚਾਰ ਦੇ ਵਿਰਾਸਤੀ ਤੱਤਾਂ ਕਾਰਨ, ਸਮਾਜਿਕ ਅੰਤਰਕਿਰਿਆ ਦੀ ਉਪਜ, ਆਤਮ ਸਾਤਕਰਨ ਅਤੇ ਅਨੁਕੂਲਨ ਦੀ ਉਪਜ। ਰਾਈਟ ਆਂਸਰ ਇਜ਼ ਸਮਾਜਿਕ ਅੰਤਰਕਿਰਿਆ ਦੀ ਉਪਜ। ਨੈਕਸਟ ਕੁਐਸਚਨ, ਅਗਰਵਰਤੀ ਪ੍ਰਵਿਰਤੀ ਸੈਫੈਲੋਕੋਡਲ ਰੁਝਾਨ ਦਾ ਭਾਵ ਹੈ ਪੱਠਿਆਂ ਦਾ ਕੰਟਰੋਲ, ਤਾਲਮੇਲ, ਪ੍ਰਗਤੀ, A ਅਤੇ B ਦੋਵੇਂ। ਰਾਈਟ ਆਂਸਰ ਇਜ਼ A ਅਤੇ B ਦੋਵੇਂ। ਸਮਾਜੀਕਰਨ ਜਾਂ ਸਮਾਜਿਕ ਵਿਕਾਸ ਦੀ ਪ੍ਰਕਿਰਿਆ ਰਾਹੀਂ ਇੱਕ ਪ੍ਰਕਿਰਤਿਕ ਰਾਹੀਂ ਇੱਕ ਜੀਵ ਦਾ ਵਿਕਾਸ ਮਨੁੱਖੀ ਸ਼ਖਸੀਅਤ ਦੇ ਰੂਪ ਵਿੱਚ ਹੁੰਦਾ ਹੈ। ਇਹ ਕਿਸ ਨੇ ਕਿਹਾ ਹੈ? ਹਰਲੋਕ ਨੇ, ਜੀਨ ਪਿਆਜੇ ਨੇ, ਗੈਰਟ ਨੇ ਜਾਂ ਫਿਰ ਸੋਰੈਨਸਨ ਨੇ। ਰਾਈਟ ਆਂਸਰ ਇਜ਼ ਗੈਰਟ। ਨੈਕਸਟ, ILFE ਦਾ ਅਰਥ ਹੈ ਇੰਟੀਗ੍ਰੇਟਡ ਲਰਨਿੰਗ ਫ੍ਰੈਂਡਲੀ ਇਨਵਾਇਰਨਮੈਂਟ, ਇਨਕਲੂਸਿਵ ਲਰਨਿੰਗ ਫ੍ਰੈਂਡਲੀ ਇਨਵਾਇਰਨਮੈਂਟ, ਇੰਟੀਗ੍ਰੇਟਡ ਲਰਨਿੰਗ ਫ੍ਰੈਂਡਲੀ ਐਜੂਕੇਸ਼ਨ ਜਾਂ ਫਿਰ ਇਨਕਲੂਸਿਵ ਲਰਨਿੰਗ ਫ੍ਰੈਂਡਲੀ ਐਜੂਕੇਸ਼ਨ। ਰਾਈਟ ਆਂਸਰ ਇਜ਼ ਇਨਕਲੂਸਿਵ ਲਰਨਿੰਗ ਫ੍ਰੈਂਡਲੀ ਇਨਵਾਇਰਨਮੈਂਟ। ਸਕੂਲ ਨੂੰ ਇੱਕ ਅਜਿਹੀ ਸਮਾਜਿਕ ਬਣਤ ਕਿਹਾ ਜਾ ਸਕਦਾ ਹੈ ਜੋ ਛੋਟੇ ਬੱਚਿਆਂ ਦੇ ਅਧਿਆਪਨ ਦੇ ਵਿੱਚ ਵਿਸ਼ੇਸ਼ ਮੰਤਵ ਵਜੋਂ ਸਮਾਜ ਦੀ ਸੇਵਾ ਕਰਦਾ ਹੈ। ਇਹ ਕਿਸ ਨੇ ਕਿਹਾ ਹੈ? ਓਟਾਵੇ ਨੇ, ਜੌਨ ਡਿਊਵੀ, ਕੋਹਲਬਰਗ, ਫਰੀਮੈਨ। ਰਾਈਟ ਆਂਸਰ ਇਜ਼ ਓਟਾਵੇ। ਸਕੂਲ ਨੂੰ ਇੱਕ ਅਜਿਹੀ ਸਮਾਜਿਕ ਬਣਤ ਕਿਹਾ ਜਾ ਸਕਦਾ ਹੈ ਜੋ ਛੋਟੇ ਬੱਚਿਆਂ ਦੇ ਅਧਿਆਪਨ ਦੇ ਵਿੱਚ ਵਿਸ਼ੇਸ਼ ਮੰਤਵ ਵਜੋਂ ਸਮਾਜ ਦੀ ਸੇਵਾ ਕਰਦਾ ਹੈ। ਨੈਕਸਟ ਕੁਐਸਚਨ, ਇੱਕ ਬੱਚਾ ਸਕਾਲਰਸ਼ਿਪ ਲੈਣ ਲਈ ਸਖਤ ਪੜ੍ਹਾਈ ਕਰਦਾ ਹੈ। ਇਹ ਕਿਸ ਗੱਲ ਦੀ ਉਦਾਹਰਣ ਹੈ? ਅੰਤਰੀਵ ਪ੍ਰੇਰਨਾ ਦੀ, ਬਾਹਰੀ ਪ੍ਰੇਰਨਾ ਦੀ, ਧਨਾਤਮਕ ਪ੍ਰੇਰਨਾ ਦੀ, ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਰਾਈਟ ਆਂਸਰ ਇਜ਼ ਬਾਹਰੀ ਪ੍ਰੇਰਨਾ ਦੀ। ਅਧਿਆਪਕ ਦੇ ਅਧਿਆਪਨ ਨੂੰ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ ਜਦੋਂ ਉਹ ਚੰਗਾ ਨਤੀਜਾ ਲਿਆਉਂਦਾ ਹੈ, ਸਿੱਖਿਆਰਥੀਆਂ ਦਾ ਬੁੱਧੀ ਅੰਕ ਵਧਾਉਂਦਾ ਹੈ, ਸਿੱਖਿਆਰਥੀਆਂ ਦੀ ਸੋਚ ਨੂੰ ਉਤੇਜਿਤ ਕਰਦਾ ਹੈ। ਉਪਰੋਕਤ ਵਿੱਚੋਂ ਕੋਈ ਨਹੀਂ। ਰਾਈਟ ਆਂਸਰ ਇਜ਼ ਆਪਸ਼ਨ ਸੀ, ਸਿੱਖਿਆਰਥੀਆਂ ਦੀ ਸੋਚ ਨੂੰ ਉਤੇਜਿਤ ਕਰਦਾ ਹੈ। ਨੈਕਸਟ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਬੁੱਧੀ ਪਰਖ ਪ੍ਰੀਖਿਆ ਰਾਹੀਂ ਨਹੀਂ ਮਾਪਿਆ ਜਾ ਸਕਦਾ? ਸਿੱਖਣ ਦੀ ਕਾਬਲੀਅਤ, ਆਪਣੇ ਗਿਆਨ ਨੂੰ ਨਵੀਂ ਸਮੱਸਿਆ ਦੇ ਹੱਲ ਲਈ ਵਰਤਣ ਦੀ ਯੋਗਤਾ, ਬਹੁਭਿੰਨ ਢੰਗ ਨਾਲ ਸੋਚਣ ਦੀ ਯੋਗਤਾ, ਪਛਾਣ ਕਰਨ ਲਈ ਸਬੰਧਾਂ ਨੂੰ ਸਮਝਣ ਦੀ ਯੋਗਤਾ। ਰਾਈਟ ਆਂਸਰ ਇਜ਼ ਬਹੁਭਿੰਨ ਢੰਗਾਂ ਨਾਲ ਸੋਚਣ ਦੀ ਯੋਗਤਾ। ਨੈਕਸਟ ਕੁਐਸਚਨ, ਕੋਹਲਬਰਗ ਦੇ ਨੈਤਿਕ ਵਿਕਾਸ ਦੇ ਪੜਾਅ ਸੰਬੰਧਿਤ ਹਨ। ਅਰਿਕਸਨ ਦੇ ਮਨੋਸਮਾਜਿਕ ਪੜਾਅ ਹਨ, ਸਲੀਵਨ ਦੇ ਅੰਤਰਕਿਰਿਆ ਪੜਾਅ ਨਾਲ, ਪਿਆਜੇ ਦੇ ਨੈਤਿਕ ਵਿਕਾਸ ਪੜਾਅ ਨਾਲ, ਫਰਾਇਡ ਦੇ ਮਨੋਲਿੰਗਕ ਪੜਾਅ ਦੇ ਨਾਲ। ਸੋ ਕੋਹਲਬਰਗ ਦੇ ਨੈਤਿਕ ਵਿਕਾਸ ਦੇ ਪੜਾਅ ਪਿਆਜੇ ਦੇ ਨੈਤਿਕ ਵਿਕਾਸ ਪੜਾਅ ਦੇ ਨਾਲ ਸੰਬੰਧਿਤ ਹਨ। ਨੈਕਸਟ ਕੁਐਸਚਨ, ਕਿੰਡਰਗਾਰਟਨ ਨਰਸਰੀ ਸਕੂਲ ਬੱਚਿਆਂ ਦੇ ਗਲਤ ਵਿਵਹਾਰ ਨਾਲ ਨਿਪਟਣ ਦਾ ਠੀਕ ਤਰੀਕਾ ਕੀ ਹੈ? ਜ਼ਿਆਦਾ ਗਲਤ ਵਿਵਹਾਰ ਲਈ ਬੱਚੇ ਨੂੰ ਸਜ਼ਾ ਦੇਣੀ, ਉਲੰਘਣਾ ਨੂੰ ਅਣਦੇਖਿਆ ਕਰਨਾ, ਹਰ ਕਿਸਮ ਦੇ ਦੁਰਵਿਵਹਾਰ ਲਈ ਢੁਕਵੀਂ ਸਜ਼ਾ ਦੇਣੀ, ਬੱਚਿਆਂ ਦੀ ਊਰਜਾ ਸ਼ਕਤੀ ਨੂੰ ਸਕਾਰਾਤਮਕ ਦਿਸ਼ਾ ਦੇਣੀ। ਰਾਈਟ ਆਂਸਰ ਇਜ਼ ਬੱਚਿਆਂ ਦੀ ਊਰਜਾ ਸ਼ਕਤੀ ਨੂੰ ਸਕਾਰਾਤਮਕ ਦਿਸ਼ਾ ਦੇਣੀ। ਨੈਕਸਟ ਕੁਐਸਚਨ, ਵਿਦਿਆਰਥੀ ਆਪਣੀ ਲਿਖਤ ਸਮੱਗਰੀ ਦਾ ਬੋਧ ਵਧਾ ਸਕਦੇ ਹਨ ਜੇ ਉਹ SQ 4R ਨੀਤੀ ਅਪਣਾਉਣ, ਜਿਸ ਦਾ ਅਰਥ ਹੈ ਸਟੱਡੀ, ਕਿਊਰੀ, ਰੀਡ, ਰਿਵਿਊ, ਰਿਵਾਈਜ਼ ਐਂਡ ਰਿਸਾਈਟ, ਸਰਵੇ ਕੁਐਸਚਨ, ਰੀਡ, recite, write and review. Right answer is option B, survey, question, read, recite, write and review. ਨੈਕਸਟ ਪਾਰਟ ਆਪਣਾ ਪੰਜਾਬੀ ਸੈਕਸ਼ਨ ਹੈ। 31 ਤੋਂ ਲੈ ਕੇ 60 ਤੱਕ ਕੁਐਸਚਨਸ ਹਨ। ਅੱਗੇ ਅਸੀਂ ਮੈਥ ਦੇ ਕੁਐਸਚਨਸ ਵੀ ਸੋਲਵ ਕਰਾਂਗੇ।
ਵਾਕ ਨੂੰ ਪੜ੍ਹਨ ਵੇਲੇ ਕਈ ਥਾਂ ਰੁਕਣਾ ਪੈਂਦਾ ਹੈ। ਅਜਿਹੇ ਸਥਾਨ ਤੇ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ? ਦੋ ਬਿੰਦੀ, ਕਾਮਾ, ਬ੍ਰੈਕਟ, ਬਿੰਦੀ। ਆਂਸਰ ਕਾਮਾ। ਪੰਜਾਬੀ ਭਾਸ਼ਾ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਦੇ ਨੇੜੇ ਜ਼ਿਆਦਾ ਹੈ? ਅਪਭ੍ਰੰਸ਼, ਸੰਸਕ੍ਰਿਤ, ਪ੍ਰਾਕ੍ਰਿਤਿਕ, ਕੋਈ ਨਹੀਂ। ਰਾਈਟ ਆਂਸਰ ਇਜ਼ ਅਪਭ੍ਰੰਸ਼। ਨਿੱਕੀ ਨਿੱਕੀ ਬੂੰਦੀ, ਨਿੱਕਿਆ ਮੀਂਹ ਵੇ ਵਰੇ, ਘੋੜੀ ਹੈ, ਸੁਹਾਗ ਹੈ, ਸਿੱਠਣੀ ਹੈ, ਗੀਤ ਹੈ। ਰਾਈਟ ਆਂਸਰ ਇਜ਼ ਘੋੜੀ ਹੈ। ਨੈਕਸਟ ਕੁਐਸਚਨ, ਪੁਸਤਕਾਲੇ ਦੀ ਲੋੜ ਤੇ ਮਹੱਤਤਾ ਹੈ। ਪੁਸਤਕਾਂ ਬਾਰੇ ਜਾਣਕਾਰੀ ਦੇਣਾ, ਪੜ੍ਹਨ ਦੀ ਰੁਚੀ ਉਤੇਜਿਤ ਕਰਨਾ, ਸੁਤੰਤਰ ਕੰਮ ਕਰਨ ਲਈ, ਵਿਅਕਤੀ ਦੇ ਅਨੁਭਵਾਂ ਵਿੱਚ ਵਾਧਾ ਕਰਨ ਲਈ। ਰਾਈਟ ਆਂਸਰ ਇਜ਼ ਪੜ੍ਹਨ 'ਚ ਰੁਚੀ ਉਤੇਜਿਤ ਕਰਨ ਲਈ। ਵਾਚਨ ਸਿੱਖਿਆ ਵਿੱਚ ਅਧਿਆਪਕ ਬੱਚੇ ਨੂੰ ਕੀ ਸਿਖਾਉਂਦਾ ਹੈ? ਲਿਖਣਾ, ਚਿੱਤਰ ਵੇਖਣਾ ਤੇ ਸਮਝਣਾ, ਪੜ੍ਹਨਾ, ਧੁਨੀਆਂ ਦਾ ਗਿਆਨ ਦੇਣਾ। ਰਾਈਟ ਆਂਸਰ ਇਜ਼ ਪੜ੍ਹਨਾ। ਕਿਹੜਾ ਸ਼ੁੱਧ ਹੈ? ਅਤਕਥਨੀ। ਇਹਨਾਂ 'ਚੋਂ ਦੱਸਣਾ ਹੈ ਕਿਹੜਾ ਸ਼ੁੱਧ ਹੈ। ਰਾਈਟ ਆਂਸਰ ਇਜ਼ ਆਪਸ਼ਨ ਏ, ਅਤਕਥਨੀ। ਉਹ ਅਖਬਾਰ ਪੜ੍ਹਦਾ ਹੈ। ਵਾਕ ਵਿੱਚ ਪੜ੍ਹਦਾ ਸ਼ਬਦ ਵਿੱਚ ਦਾ ਹੇਠ ਲਿਖਿਆਂ ਵਿੱਚੋਂ ਕੀ ਹੈ? ਉਪਸਰਗ, ਪਦ, ਵਿਭਕਤੀ, ਕੋਈ ਨਹੀਂ। ਰਾਈਟ ਆਂਸਰ ਇਜ਼ ਕੋਈ ਨਹੀਂ। ਨੈਕਸਟ ਕੁਐਸਚਨ, ਸਿੱਖਣ ਤੋਂ ਭਾਵ ਹੈ ਅਧਿਆਪਕ ਦੇ ਵਿਵਹਾਰ 'ਚ ਪਰਿਵਰਤਨ, ਗਿਆਨ ਦਾ ਸੰਚਾਰ, ਸਿੱਖਿਆਰਥੀ ਦੇ ਵਿਵਹਾਰ 'ਚ ਪਰਿਵਰਤਨ। ਇਹਨਾਂ ਵਿੱਚੋਂ ਕੋਈ ਨਹੀਂ। ਰਾਈਟ ਆਂਸਰ ਇਜ਼ ਸਿੱਖਿਆਰਥੀ ਦੇ ਵਿਵਹਾਰ ਵਿੱਚ ਪਰਿਵਰਤਨ। ਅਭਿਪ੍ਰੇਰਣਾ ਦੇ ਸਿਧਾਂਤ ਤੇ ਚਲਦਿਆਂ ਬੱਚੇ ਅੰਦਰ ਪੈਦਾ ਹੁੰਦੀ ਹੈ ਧੀਮਾਪਣ, ਕਿਰਿਆਸ਼ੀਲਤਾ, ਉਕਤਾਊਪਣ, ਵਿਸ਼ੇ ਪ੍ਰਤੀ ਅਰੁਚੀ। ਰਾਈਟ ਆਂਸਰ ਇਜ਼ ਕਿਰਿਆਸ਼ੀਲਤਾ। ਅਭਿਪ੍ਰੇਰਣਾ ਦੇ ਸਿਧਾਂਤ ਤੇ ਚਲਦਿਆਂ ਬੱਚੇ ਅੰਦਰ ਕਿਰਿਆਸ਼ੀਲਤਾ ਪੈਦਾ ਹੁੰਦੀ ਹੈ। ਸੁਣਨ ਕੌਸ਼ਲ ਦੇ ਵਿਕਾਸ ਵਿੱਚ ਇਹਨਾਂ ਵਿੱਚੋਂ ਕੀ ਸ਼ਾਮਿਲ ਨਹੀਂ ਹੈ? ਭਾਸ਼ਣ, ਸੁੰਦਰ ਲਿਖਾਈ, ਬੋਲ ਲਿਖਤ, ਆਪਸੀ ਗੱਲਬਾਤ। ਸੁੰਦਰ ਲਿਖਾਈ। ਇਹਨਾਂ ਵਿੱਚੋਂ ਕਿਹੜੇ ਭਾਸ਼ਾ ਵਿਗਿਆਨੀ ਨੇ ਸਕੂਲਾਂ ਵਿੱਚ ਵਿਆਕਰਨ ਦੀ ਪੜ੍ਹਾਈ ਦੀ ਨਿਖੇਧੀ ਕੀਤੀ ਹੈ? ਡਾਕਟਰ ਰੂਸੇ, ਹੈਲਡ ਈ ਪੋਮਰ, ਪੀਬੀ ਪੋਲਰਡ ਐਂਡ ਗ੍ਰੀਨਿੰਗ ਲੈਬੋਰਨ ਤੇ ਬਾਕੀ ਸਾਰੇ ਹੀ। ਰਾਈਟ ਆਂਸਰ ਇਜ਼ ਗ੍ਰੀਨਿੰਗ ਲੈਬੋਰਨ ਅਤੇ ਬਾਕੀ ਸਾਰੇ ਹੀ। ਸ਼ੁੱਧ ਉਚਾਰਨ ਲਈ ਬੱਚਿਆਂ ਨੂੰ ਕਿਸ ਚੀਜ਼ਾਂ ਦਾ ਗਿਆਨ ਦੇਣਾ ਚਾਹੀਦਾ ਹੈ? ਵਰਣਬੋਧ, ਧੁਨੀ ਵਿਗਿਆਨ, ਮਾਤਰਾਵਾਂ, ਲਿਪੀ ਬੋਧ। ਸ਼ੁੱਧ ਉਚਾਰਨ ਦੇ ਲਈ ਬੱਚਿਆਂ ਨੂੰ ਧੁਨੀ ਵਿਗਿਆਨ ਦਾ ਗਿਆਨ ਦੇਣਾ ਚਾਹੀਦਾ ਹੈ। ਨੈਕਸਟ ਕੁਐਸਚਨ, ਲਿਖਣਾ ਸਿੱਖਣ ਦੀ ਕਿਹੜੀ ਵਿਧੀ ਜ਼ਿਆਦਾ ਪ੍ਰਚਲਿਤ ਹੈ? ਪੜ੍ਹ ਕੇ ਲਿਖਾਉਣਾ, ਦੇਖ ਕੇ ਲਿਖਾਉਣਾ, ਸੁਣ ਕੇ ਲਿਖਣਾ, ਪੂਰਨੇ ਪਾਉਣੇ। ਰਾਈਟ ਆਂਸਰ ਇਜ਼ ਪੂਰਨੇ ਪਾਉਣੇ। ਪੂਰਨੇ ਪਾਉਣੇ ਯਾਨੀ ਕਿ ਇੱਦਾਂ ਇੱਦਾਂ, ਠੀਕ ਹੈ, ਇੱਦਾਂ ਇੱਦਾਂ ਡਾਟਸ ਬਣਾ ਕੇ ਆਪਾਂ ਦਿੰਦੇ ਆ ਨਾ, ਬੱਚਾ ਉੱਪਰ ਉੱਪਰ ਲਿਖਦਾ ਹੈ। ਨੈਕਸਟ ਹੈ, ਸੁਲੇਖ ਦੀ ਜਾਂਚ ਕਿਹੜੀ ਭਾਸ਼ਾ ਪ੍ਰੀਖਿਆ ਰਾਹੀਂ ਸੰਭਵ ਹੈ? ਸੁਣਨ ਸ਼ਕਤੀ, ਪੜ੍ਹਨ ਕੌਸ਼ਲ, ਤੇਜ਼ ਲਿਖਣ, ਬੋਲ ਲਿਖਤ। ਰਾਈਟ ਆਂਸਰ ਇਜ਼ ਬੋਲ ਲਿਖਤ। ਭਾਸ਼ਾ ਸਿੱਖਣ ਦੀ ਮੁਲਾਂਕਣ ਵਿਧੀ ਦਾ ਪ੍ਰਮੁੱਖ ਦੋਸ਼ ਹੈ ਪਰੰਪਰਾਗਤ ਵਿਧੀ। ਭਾਸ਼ਾ ਗਿਆਨ ਪਰਖਣਾ ਹੈ ਪਰ ਭਾਸ਼ਾ ਕੌਸ਼ਲ ਨਹੀਂ। ਵਿਗਿਆਨਕਤਾ ਦੀ ਘਾਟ, ਉਪਰੋਕਤ ਸਾਰੇ। ਰਾਈਟ ਆਂਸਰ ਇਜ਼ ਉਪਰੋਕਤ ਸਾਰੇ। ਨੈਕਸਟ ਆਪਣੇ ਕੋਲ ਇੱਕ ਪੈਰਾਗ੍ਰਾਫ ਹੈ। ਇਸ ਪੈਰਾਗ੍ਰਾਫ ਨੂੰ ਤੁਸੀਂ ਵੀਡੀਓ ਪੌਜ਼ ਕਰਕੇ ਰੀਡ ਕਰ ਲਓ। ਉਸ ਤੋਂ ਬਾਅਦ ਮੈਂ ਤੁਹਾਨੂੰ ਆਂਸਰਸ ਦੱਸਦੀ ਹਾਂ ਕੁਐਸਚਨ ਦੇ, ਠੀਕ ਹੈ ਜੀ। 46 ਕੁਐਸਚਨ ਹੈ, ਪਾਣਿਨੀ ਦੀ ਪ੍ਰਸਿੱਧੀ ਕਿਹੜੀ ਗੱਲੋਂ ਹੋਈ ਹੈ? ਪੰਜਾਬ ਦਾ ਵੱਡਾ ਵਿਆਕਰਣਕਾਰ ਹੋਣ ਕਰਕੇ, ਹਿੰਦੀ ਦਾ ਵੱਡਾ ਵਿਆਕਰਣਕਾਰ ਹੋਣ ਕਰਕੇ, ਸੰਸਕ੍ਰਿਤ ਦਾ ਵੱਡਾ ਵਿਆਕਰਣਕਾਰ ਹੋਣ ਕਰਕੇ, ਜਾਂ ਫਿਰ ਉੱਘਾ ਸਾਹਿਤਕਾਰ ਹੋਣ ਕਰਕੇ। ਰਾਈਟ ਆਂਸਰ ਇਜ਼ ਸੰਸਕ੍ਰਿਤ ਦਾ ਵੱਡਾ ਵਿਆਕਰਣਕਾਰ ਹੋਣ ਕਰਕੇ। ਪਾਣਿਨੀ ਦੀ ਰਚਨਾ ਨੂੰ ਈਸ਼ਵਰੀ ਗਿਆਨ ਕਾਰਨ ਹੋਈ ਕਿਉਂ ਮੰਨਿਆ ਜਾਂਦਾ ਹੈ? ਕਿਉਂਕਿ ਈਸ਼ਵਰ ਵੱਲੋਂ ਉਸ ਨੂੰ ਪ੍ਰੇਰਨਾ ਮਿਲੀ ਹੈ, ਕਿਉਂਕਿ ਉਸ ਨੂੰ ਭਗਵਾਨ ਸ਼ਿਵ ਤੋਂ ਗਿਆਨ ਮਿਲਿਆ ਸੀ, ਕਿਉਂਕਿ ਈਸ਼ਵਰ ਦਾ ਉਹ ਵੱਡਾ ਭਗਤ ਸੀ। ਇਹਨਾਂ ਵਿੱਚੋਂ ਕੋਈ ਨਹੀਂ। ਰਾਈਟ ਆਂਸਰ ਇਜ਼ ਕਿਉਂਕਿ ਉਸ ਨੂੰ ਭਗਵਾਨ ਸ਼ਿਵ ਤੋਂ ਗਿਆਨ ਮਿਲਿਆ ਸੀ। ਨੈਕਸਟ ਕੁਐਸਚਨ, ਪਾਣਿਨੀ ਦੇ ਵਿਆਕਰਨ ਦੀ ਇੰਨੀ ਪ੍ਰਸਿੱਧੀ ਕਿਉਂ ਹੋਈ ਸੀ? ਕਿਉਂਕਿ ਉਸ ਵਿੱਚ ਵਿਆਕਰਨ ਦੇ ਸਾਰੇ ਨਿਯਮ ਸਨ, ਕਿਉਂਕਿ ਉਸ ਵਿੱਚ ਵਿਆਕਰਨ ਦੇ ਉੱਤਮ ਨੁਕਤੇ ਸਨ, ਕਿਉਂਕਿ ਉਸ ਵਿਚਲੇ ਨਿਯਮ ਹਾਲੇ ਵੀ ਸਰਵ ਉੱਚ ਅਤੇ ਨਿਰਵਿਵਾਦ ਸਮਝੇ ਜਾਂਦੇ ਹਨ। ਪਾਣਿਨੀ ਦੇ ਵਿਆਕਰਨ ਦੀ ਇੰਨੀ ਪ੍ਰਸਿੱਧੀ ਇਸ ਕਰਕੇ ਹੋਈ ਕਿਉਂਕਿ ਉਸ ਵਿਚਲੇ ਨਿਯਮ ਹਾਲੇ ਵੀ ਸਰਵ ਉੱਚ ਅਤੇ ਨਿਰਵਿਵਾਦ ਸਮਝੇ ਜਾਂਦੇ ਹਨ। ਪਾਣਿਨੀ ਦੇ ਬਚਪਨ ਬਾਰੇ ਕੀ ਕਿਹਾ ਹੈ? ਉਹ ਬਚਪਨ ਵਿੱਚ ਬੜਾ ਚਲਾਕ ਸੀ, ਉਹ ਬਚਪਨ ਵਿੱਚ ਬਹੁਤ ਸ਼ਰਾਰਤੀ ਸੀ, ਉਹ ਬਚਪਨ ਵਿੱਚ ਨੀਰਾ ਮੂਰਖ ਸੀ, ਉਹ ਬਚਪਨ ਵਿੱਚ ਨੀਰਾ ਮੂਰਖ ਸੀ, ਉਹ ਬਚਪਨ ਵਿੱਚ ਬੜਾ ਹੁਸ਼ਿਆਰ ਸੀ। ਰਾਈਟ ਆਂਸਰ ਇਜ਼ ਉਹ ਬਚਪਨ ਵਿੱਚ ਨੀਰਾ ਮੂਰਖ ਸੀ। ਹੇਠ ਲਿਖਿਆਂ ਵਿੱਚੋਂ ਕਿਹੜਾ ਠੀਕ ਹੈ? ਪਾਣਿਨੀ ਸੰਸਕ੍ਰਿਤ ਦਾ ਪ੍ਰਸਿੱਧ ਵਿਆਕਰਣਕਾਰ ਸੀ, ਪਾਣਿਨੀ ਸੰਸਕ੍ਰਿਤ ਦਾ ਪਹਿਲਾ ਵਿਆਕਰਣਕਾਰ ਸੀ, ਪਾਣਿਨੀ ਪੰਜਾਬ ਦਾ ਪਹਿਲਾ ਅਤੇ ਪ੍ਰਮੁੱਖ ਵਿਆਕਰਣਕਾਰ ਸੀ, ਪਾਣਿਨੀ ਤੋਂ ਪਹਿਲਾਂ ਸੰਸਕ੍ਰਿਤ ਦਾ ਕੋਈ ਵੀ ਵਿਆਕਰਣਕਾਰ ਨਹੀਂ ਹੋਇਆ। ਰਾਈਟ ਆਂਸਰ ਹੈ ਆਪਸ਼ਨ ਏ। ਨੈਕਸਟ ਕੁਐਸਚਨ, ਬਚਪਨ ਸ਼ਬਦ ਕਿਹੜਾ ਨਾਂਵ ਹੈ? ਭਾਵਵਾਚਕ ਨਾਂਵ। ਸ਼੍ਰੇਸ਼ਠ ਸ਼ਬਦ ਦਾ ਸਮਾਨਾਰਥਕ ਕਿਹੜਾ ਹੈ? ਉੱਤਮ। ਸ਼੍ਰੇਸ਼ਠ ਸ਼ਬਦ ਦਾ ਸਮਾਨਾਰਥਕ ਕਿਹੜਾ ਹੈ? ਉੱਤਮ। ਨੈਕਸਟ ਆਪਣੇ ਕੋਲ ਇੱਕ ਪੋਇਮ ਆ, ਕਾਵ ਟੁਕੜੀਆਂ। ਇਸ ਨੂੰ ਤੁਸੀਂ ਰੀਡ ਕਰ ਲਓ ਵੀਡੀਓ ਪੌਜ਼ ਕਰਕੇ। 1 ਸੈਕਿੰਡ। ਆਹ ਕਾਵ ਟੋਟਾ ਹੈ, ਇਸ ਦੇ ਨੀਚੇ ਕੁਐਸਚਨ ਦਿੱਤੇ ਹੋਏ ਨੇ। ਕੁਐਸਚਨ ਦੇ ਆਂਸਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਇਹਨਾਂ ਕਾਵ ਸਤਰਾਂ ਵਿੱਚ ਕਵੀ ਦੀ ਕਿਹੜੀ ਤਾਂਘ ਦਾ ਪਤਾ ਲੱਗਦਾ ਹੈ? ਦਰਖਤਾਂ ਨਾਲ ਦੋਸਤੀ,
ਅੰਬਾਂ ਉੱਤੇ ਪਹਿਲਾਂ ਵਾਂਗ ਪੀਂਘਾਂ, ਕੁੜੀਆਂ ਮੁੰਡਿਆਂ ਦਾ ਚੱਕ ਰਲ ਕੇ ਖੇਡਣਾ, ਇਹ ਸਾਰੇ ਹੀ। ਰਾਈਟ ਆਂਸਰ ਇਜ਼ ਇਹ ਸਾਰੇ ਹੀ। ਕਵਿਤਾ ਦੇ ਪਹਿਲੇ ਭਾਗ ਦੀ ਮੁੱਖ ਸੁਰ ਕਿਹੜੀ ਹੈ? ਪੰਜਾਬ ਦਾ ਪੁਰਾਣਾ ਸੱਭਿਆਚਾਰ, ਲੋਕਾਂ ਦੀਆਂ ਸਮੱਸਿਆਵਾਂ, ਲੋਕਾਂ ਦਾ ਚਾਅ ਮਿਲਾਰ, ਆਪਸੀ ਏਕਾ। ਰਾਈਟ ਆਂਸਰ ਇਜ਼ ਪੰਜਾਬ ਦਾ ਪੁਰਾਣਾ ਸੱਭਿਆਚਾਰ। ਉਹ ਰਾਤਾਂ ਮੁੜ ਆਵਣ, ਨਿਰਵੈਰ, ਨਿਰਦਵੈਕ, ਪਵਿੱਤਰ, ਅਬੋਝ, ਬੇਇਲਮ ਕਾਵ ਸਤਰਾਂ ਵਿੱਚ ਕਿਹੜੇ ਅਲੰਕਾਰ ਦੀ ਵਰਤੋਂ ਕੀਤੀ ਮਿਲਦੀ ਹੈ? ਕਿਹੜੇ ਅਲੰਕਾਰ ਦੀ ਵਰਤੋਂ ਮਿਲਦੀ ਹੈ? ਅਨੁਪ੍ਰਾਸ ਅਲੰਕਾਰ ਦੀ। ਠੀਕ ਹੈ ਜੀ, ਜਿਹੜੀਆਂ ਸਤਰਾਂ ਲਿਖੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਅਨੁਪ੍ਰਾਸ ਅਲੰਕਾਰ ਦੀ ਵਰਤੋਂ ਕੀਤੀ ਗਈ ਹੈ। ਤੇਰੇ ਪਿੱਪਲਾਂ ਹੇਠ ਹੋਵਣ ਚੰਨਾਂ ਦੀਆਂ ਚਾਨਣੀਆਂ, ਇਹ ਕਾਵ ਸਤਰਾਂ ਵਿੱਚੋਂ ਕਵੀ ਦਾ ਕਿਹੜਾ ਕਮਾਲ ਉੱਭਰਦਾ ਹੈ? ਕੁਦਰਤ ਵਰਣਨ, ਦ੍ਰਿਸ਼ ਚਿੱਤਰਨ, ਇਸਤਰੀ ਪਿਆਰ ਜਾਂ ਫਿਰ ਮਾਨਵ ਪਿਆਰ। ਰਾਈਟ ਆਂਸਰ ਇਜ਼ ਦ੍ਰਿਸ਼ ਚਿੱਤਰਨ। ਨੈਕਸਟ ਕੁਐਸਚਨ, ਇਸ ਕਵਿਤਾ ਵਿੱਚ ਕਿਹੜੇ ਲੋਕ ਨਾਚ ਦਾ ਜ਼ਿਕਰ ਹੈ? ਭੰਗੜਾ, ਗਿੱਧਾ, ਝੂਮਰ, ਲੁੱਡੀ। ਇਸ ਕਵਿਤਾ ਵਿੱਚ ਗਿੱਧਾ ਲੋਕ ਨਾਚ ਦਾ ਜ਼ਿਕਰ ਹੈ। ਇਹ ਕਾਵ ਸਤਰਾਂ ਵਿੱਚ ਕਿੱਕਲੀ ਦਾ ਜ਼ਿਕਰ ਹੈ। ਪੰਜਾਬੀ ਲੋਕ ਧਾਰਾ ਵਿੱਚ ਕਿੱਕਲੀ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ? ਰਾਈਟ ਆਂਸਰ ਇਜ਼ ਲੋਕ ਨਾਚ। ਕਿੱਕਲੀ ਨੂੰ ਲੋਕ ਨਾਚ ਦੇ ਵਿੱਚ ਰੱਖਿਆ ਜਾਂਦਾ ਹੈ। ਉੱਪਰ ਚੰਨ ਹੇਠਾਂ ਚੰਨੀਆਂ, ਬੰਨੇ ਤੇ ਬੰਨੀਆਂ। ਇਹ ਕਾਵ ਸਤਰਾਂ ਵਿੱਚ ਬੰਨੀਆਂ ਤੋਂ ਕੀ ਭਾਵ ਹੈ? ਬੰਨੀਆਂ ਤੋਂ ਭਾਵ ਹੈ ਵੋਟੀਆਂ। ਤ੍ਰਿੰਜਣ ਤੋਂ ਕੀ ਭਾਵ ਹੈ? ਜਿੱਥੇ ਕੁੜੀਆਂ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਹਨ, ਜਿੱਥੇ ਕੁੜੀਆਂ ਇਕੱਠੀਆਂ ਹੋ ਕੇ ਰੋਟੀ ਖਾਂਦੀਆਂ ਹਨ, ਜਿੱਥੇ ਕੁੜੀਆਂ ਇਕੱਠੀਆਂ ਹੋ ਕੇ ਕੱਤਦੀਆਂ ਹਨ ਅਤੇ ਲੋਕ ਗੀਤ ਗਾਉਂਦੀਆਂ ਹਨ। ਰਾਈਟ ਆਂਸਰ ਇਜ਼ ਜਿੱਥੇ ਕੁੜੀਆਂ ਇਕੱਠੀਆਂ ਹੋ ਕੇ ਕੱਤਦੀਆਂ ਅਤੇ ਲੋਕ ਗੀਤ ਗਾਉਂਦੀਆਂ ਹਨ। ਅਸੀਂ 2 ਸੈਕਸ਼ਨ ਕੰਪਲੀਟ ਕਰ ਚੁੱਕੇ ਹਾਂ, ਬਾਲ ਵਿਕਾਸ ਵਾਲਾ ਅਤੇ ਪੰਜਾਬੀ ਵਾਲਾ। 60 ਕੁਐਸਚਨਸ ਕੰਪਲੀਟ ਹੋ ਚੁੱਕੇ ਨੇ। ਨੈਕਸਟ ਸੈਕਸ਼ਨ ਆਪਣਾ ਇੰਗਲਿਸ਼ ਦਾ ਸੈਕਸ਼ਨ ਆ। 60 ਤੋਂ ਲੈ ਕੇ 90 ਤੱਕ ਕੁਐਸਚਨਸ ਆਉਣ ਵਾਲੇ ਨੇ। ਸਾਰੇ ਹੀ ਪ੍ਰੀਵੀਅਸ ਈਅਰ ਅਸੀਂ ਕਰਾਂਗੇ ਇਸ ਵੀਡੀਓ ਦੇ ਵਿੱਚ। ਇਸ ਵੀਡੀਓ 'ਚ ਨਹੀਂ, ਨੈਕਸਟ ਆਉਣ ਵਾਲੀ ਵੀਡੀਓਜ਼ ਦੇ ਵਿੱਚ PS ਟੈਟ ਤੇ C ਟੈਟ ਦੋਨਾਂ ਦੇ ਹੀ ਪ੍ਰੀਵੀਅਸ ਈਅਰ ਕਰਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਵੀਡੀਓ ਅੱਛੀ ਲੱਗੀ ਤਾਂ ਲਾਈਕ ਵੀ ਕਰ ਸਕਦੇ ਹੋ। ਕਾਰਡ ਕੁਐਸਚਨ ਸਟਾਰਟ ਕਰਦੇ ਹਾਂ। Who defines language as a set of human habits, the purpose of which is to give expression to thoughts and feelings and especially to impart from others? Just person। ठीक है, who defines किसने गल कही है? लैंग्वेज दे बारे, a set of human habits, purpose of which to give expression to thoughts, feelings and especially to impart them to others। गल कही है जिस person ने। Received pronunciation is the type of speech model used by native speakers of Southeast England, Southwest England, Northeast England या फिर Northwest England। Right answer is Southeast England। One thing more is the PDF ਤੁਹਾਨੂੰ Telegram channel ਤੇ ਮਿਲ ਜੇਗੀ, link description box ਦੇ ਵਿੱਚ ਹੈ। Next question, glottis is the space between the back of tongue and back wall of the throat, space between the vocal cords, part lying opposite to the hard palate, part lying opposite to the soft palate। Right answer is space between the vocal cords। Right answer is glottis is space between the vocal cords। Functional grammar is also known as perceptive grammar, descriptive grammar, traditional grammar or formal grammar। Right answer is descriptive grammar। Functional grammar is also known as descriptive grammar। Which one is not responsible for the declining standards of English in the Indian schools? Lack of clear-cut objectives of teaching English, faulty examination and evaluation system, devoted and committed teachers, unhygienic physical conditions। Right answer is devoted and committed teachers are not responsible for the declining standards of English in the Indian schools। Next question, which among the following is not a technique of evaluation? Observation, interview, rating scale, acquisition। Right answer is acquisition। Which among the following is not an auditory audiovisual aid? Computer, radio, films, television। Right answer is radio। In which of these word is the sound of found? ठीक है, is the sound के लिए church, yacht, judge, show। Right answer is church। Morphology is the study of word structure। Morphology is the study of word structure। Which among these is not a psychological principle of the learning and acquisition of a language? Motivation, stress-free environment, reinforcement or frequent review।
Right answer is stress-free environment is not a psychological principle of learning and acquisition of a language. The first step in a language acquisition is transmission, repetition, imitation, acquisition. Right answer is imitation. First step in English language acquisition is imitation. Which among the following is a receptive skill? Listening, writing, speaking, none of these. Right answer is listening. Listening and reading. Okay, listening and reading are receptive skills. Speaking and writing are productive skills. Right answer is listening. Which among these is not a feature of connected speech? Scanning, stress, intonation, or juncture. Right answer is scanning. Scanning is not a feature of connected speech. Next question. What should be the proper order of learning English language? So right answer is option B. So ਤੁਸੀਂ ਇਹਨੂੰ ਇਸ ਤਰੀਕੇ ਨਾਲ ਯਾਦ ਰੱਖ ਸਕਦੇ ਹੋ LSRW ਦੇ ਨਾਲ listening, speaking, reading and then writing. This is the proper order of learning English language. A language laboratory is helpful in developing proficiency in listening, speaking, reading or writing. Right option is option B. 1 and 2 is right. Listening and speaking is helpful in developing proficiency. Next we have a paragraph. ठीक है, एक पैसेज आ जिसनों तुसी वीडियो पॉज करके रीड आउट कर सकते हो एंड इसके मैं आंसर्स थानू नैक्सट दस देने आ. ठीक है जी, पैरा थोड़ा जिहा लेंथी आ. ਹੁਣ ਅਸੀਂ क्वेश्चन स्टार्ट करते हैं. What is extremely tragic? Destruction of human life, unchecked development of atom bombs, horror for mankind from atom bombs, use of atomic bombs against mankind. Right answer is destruction of human life is extremely tragic. Next question. What become a subject of serious consideration? Destruction of human being, shock and horror beyond measure, proper use of new source of energy, none of the above. Right answer is proper use of new sources of energy is a subject of serious consideration. ये सारे ही आंसर्स ਜਿਹੜੇ ਨੇ ਪੈਰਾਗ੍ਰਾਫਸ ਦੇ ਵਿੱਚੋਂ ਫਾਈਂਡ ਆਊਟ ਕਰਨੇ ਨੇ, ਉਸ ਦੇ ਮੈਂ ਆਨਸਰ ਦੱਸ ਰਹੀ ਹਾਂ. ਐਕਸਪੈਰੀਮੈਂਟਸ ਆਫਟਰ ਦ ਐਂਡ ਆਫ ਦ ਵਰਲਡ ਵਾਰ done for production of industrial tools and plants, production of more powerful atomic weapons, rebuilding the destroyed cities, manufacture of atom weapons. Right answer is production of more powerful atomic weapons. Right answer. Of the following, which was not directly an appeal made by Einstein? Production of atomic weapons should be stopped altogether. Scientists should save mankind from an atomic war with its horror. Nuclear energy should be used for peaceful purpose. Scientist talents should not be used for increasing the chances of war. Right answer is production of atomic weapons should be stopped altogether. Next question. The views of Professor Einstein, did not affect anybody, were liked by countries leading in the manufacture of atomic weapons, appealed to the peace-loving people, appealed to scientists. Right answer is appealed to peace-loving people. Next question. Which of the following is nearly opposite in meaning to the word appealed as used in the passage? Noticed, commanded, requested, persuaded. Right answer is commanded. Next question. Choose a suitable synonym for the word tremendous. Fearful, much, immense, horrible. Right answer is immense. Next question is choose the suitable synonym for the word subject as used in the passage. Subject का synonym क्या होगा? Topic. Next फिर तो साडे कोल एक passage आ. ठीक है जी, पैसेज ਨੂੰ ਤੁਸੀਂ ਰੀਡ ਕਰ ਲਓ ਵੀਡੀਓ ਨੂੰ ਪੌਜ਼ ਕਰਕੇ, ਦੈਨ ਇਸ ਤੋਂ ਬਾਅਦ ਮੈਂ ਇਹਨਾਂ ਦੇ ਕੁਐਸਚਨਸ ਦੇ ਆਨਸਰ ਤੁਹਾਨੂੰ ਦੱਸਾਂਗੀ. ਇਸ ਥੋੜਾ ਜਿਹਾ ਬਲਰ ਆ ਗਿਆ ਇਸ ਦੇ ਵਿੱਚ, ਮੈਂ ਤੁਹਾਨੂੰ PDF ਹੈ ਜਿਹੜਾ ਉਹ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਵਾ ਦਾਂਗੀ, ਉੱਥੇ ਤੁਸੀਂ ਕਲੀਅਰਲੀ ਦੇਖ ਲੈਣਾ. ਠੀਕ ਹੈ ਜੀ, ਵੈਸੇ ਮੈਂ ਪੜ੍ਹ ਕੇ ਦੱਸ ਦੇਣੀ ਹੈ ਇੱਥੇ ਕੀ ਲਿਖਿਆ ਹੋਇਆ ਆ.
their personal lives, the demands upon their energy and time, and how often they had to display great courage to preserve their integrity or to make their way to the top. Genius and giftedness are relative and descriptive terms of no real substance. We may at best give them some precious by defining them and placing them in a context. But whatever we do, we should never delude ourselves into believing that gifted children or geniuses are different from the rest of humanity, except in the degree to which they have developed their abilities. Next questions. In which sense do the geniuses and the gifted have uniquely different brains? Each person's brain is uniquely different. A genius has been gifted with an excellent brain. A genius is superior to the other person. All of the above. Right answer is each person's brain is uniquely different. Next question. What is the purpose of instruction? To sharpen the talent of each child, to widen the gap between the children, to create differences among the children. None of the above. Right answer is to sharpen the talent of each child is the purpose of instruction. Next question is, what does the term emulate refer into in the passage? To copy, to get inspiration from other achievement. Right answer is to get inspiration from other achievement. Which things may prove inpalatable in the process of emulating a genius? Other children may feel jealous of the achievement of gifted children. Other children may create an unhealthy competition. Other children may harm the gifted. All of the above. Right answer is other children may get jealous of the achievement of gifted children. Next question is, explain the sentence genius and giftedness are relative and descriptive terms of no real substance. Right answer is gifted children are not different from others. They differ only in degree. They have just developed their abilities to a higher level. Next question. What do you mean by delude? Right answer is deceive. We may at best give them some precious by defining them and placing them in a context. What do you conclude from this statement? Defining their abilities, qualitative, quantitative measurements of abilities in a particular situation. Right answer is option B. Now we have a math section. ਹੁਣ ਅਸੀਂ ਮੈਥਮੈਟਿਕਸ ਦੇ ਜੋ 91 ਤੋਂ ਲੈ ਕੇ 120 ਤੱਕ ਕੁਐਸਚਨਸ ਨੇ ਉਹਨਾਂ ਨੂੰ ਸੋਲਵ ਕਰਨ ਜਾ ਰਹੇ ਹਾਂ। ਨੈਕਸਟ ਸਾਡੇ ਕੋਲ ਇਸ ਤੋਂ ਬਾਅਦ EVS ਦਾ ਲਾਸਟ ਸੈਕਸ਼ਨ ਰਹਿ ਜਾਏਗਾ। ਠੀਕ ਹੈ ਜੀ, ਸੋ ਵੀਡੀਓ ਦੇ ਅੰਤ ਤੱਕ ਜ਼ਰੂਰ ਬਣੇ ਰਹਿਣਾ ਆ। 91st ਕੁਐਸਚਨ ਹੈ, ਪਹਿਲੀਆਂ 10 ਅਪਾਜ ਸੰਖਿਆਵਾਂ ਦੀ ਔਸਤ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਪ੍ਰਾਈਮ ਨੰਬਰਸ ਯਾਨੀ ਕਿ ਅਪਾਜ ਸੰਖਿਆਵਾਂ ਕੀ ਹੁੰਦੀਆਂ ਨੇ। ਅਪਾਜ ਸੰਖਿਆਵਾਂ ਉਹ ਹੁੰਦੀਆਂ ਨੇ ਜਿਨ੍ਹਾਂ ਦਾ ਸਿਰਫ 2 ਫੈਕਟਰ ਹੁੰਦੇ ਨੇ। ਜਿਵੇਂ ਕਿ ਮੰਨ ਲਓ 3 ਹੈ, 3 ਸਿਰਫ ਆਪਣੇ ਹੀ ਪਹਾੜੇ 'ਤੇ ਆਉਂਦਾ ਹੈ, ਰਾਈਟ, ਜਾਂ ਫਿਰ 1 ਦੇ ਪਹਾੜੇ 'ਤੇ ਆਉਂਦਾ ਆ। ਠੀਕ ਹੈ, 3 ਦੇ ਫੈਕਟਰ ਕਿਹੜੇ ਕਿਹੜੇ? 1 ਤੇ 3, ਹੋਰ ਕਿਸੇ ਵੀ ਪਹਾੜੇ ਦੇ ਵਿੱਚ ਨਹੀਂ ਆਉਂਦਾ। ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਅਪਾਜ ਸੰਖਿਆਵਾਂ। ਠੀਕ ਹੈ ਜੀ, ਆਪਾਂ ਨੇ ਪਹਿਲੀਆਂ 10 ਅਪਾਜ ਸੰਖਿਆਵਾਂ ਲੈਣੀਆਂ ਨੇ। ਪਹਿਲੀਆਂ 10 ਅਪਾਜ ਸੰਖਿਆਵਾਂ ਕਿਹੜੀਆਂ ਨੇ? 2, 3, 5, 7, 11, 13, 17, 19, 23, ਦੈਨ 29। ਇਹਨਾਂ ਸਾਰੀਆਂ ਨੂੰ ਅਸੀਂ ਜੋੜ ਕਰ ਲੈਣਾ ਆ, ਕਿਉਂਕਿ ਜਦੋਂ ਵੀ ਅਸੀਂ ਔਸਤ ਕਰਦੇ ਹਾਂ ਅਸੀਂ ਉਸ ਦਾ ਪਹਿਲੇ ਜੋੜ ਕਰਦੇ ਹਾਂ ਬਟਾ ਜਿੰਨੀਆਂ ਸਾਡੇ ਕੋਲ ਨੰਬਰ ਹੁੰਦਾ, ਯਾਨੀ ਕਿ ਇੱਥੇ ਸਾਡੇ ਕੋਲ ਟੋਟਲ 10 ਸੰਖਿਆਵਾਂ ਕਿਹਾ ਕੁਐਸਚਨ ਦੇ ਵਿੱਚ, ਤਾਂ ਬਟਾ ਅਸੀਂ ਕੀ ਲਿਖਾਂਗੇ? 10 ਲਿਖਾਂਗੇ। ਇਹਨਾਂ ਸਾਰਾ ਸੰਖਿਆਵਾਂ ਦਾ ਜੋੜ ਕਿਆ ਹੈ? 129 ਬਟਾ ਨੀਚੇ ਕੀ ਆ ਜਾਏਗਾ? 10। ਠੀਕ ਹੈ ਜੀ, 10 ਨੂੰ ਹਟਾ ਕੇ ਅਸੀਂ ਕੀ ਲਗਾਤਾ? ਦਸ਼ਮਲਵ, ਯਾਨੀ ਕਿ 12.9 ਸਾਡਾ ਸਹੀ ਆਂਸਰ ਆ ਜਾਏਗਾ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ, ਇੱਕ ਕੁਰਸੀ ਜਿਸ ਦਾ ਅੰਕਿਤ ਮੁੱਲ 500 ਰੁਪਏ ਹੈ 380 ਰੁਪਏ ਦੀ ਵੇਚੀ ਜਾਂਦੀ ਹੈ, ਕਟੌਤੀ ਦੀ ਦਰ ਹੈ। ਸੋ ਕਟੌਤੀ ਦਾ ਸਭ ਤੋਂ ਪਹਿਲੇ ਸਾਡੇ ਕੋਲ ਫਾਰਮੂਲਾ ਹੈ ਅੰਕਿਤ ਮੁੱਲ ਮਾਈਨਸ ਵੇਚ ਮੁੱਲ। ਅੰਕਿਤ ਮੁੱਲ ਸਾਨੂੰ ਦਿੱਤਾ ਹੋਇਆ ਹੈ 500 ਰੁਪਏ ਮਾਈਨਸ ਵੇਚ ਮੁੱਲ ਦਿੱਤਾ ਹੈ 380 ਰੁਪਏ। 500 ਦੇ ਵਿੱਚੋਂ 380 ਕੱਟਾਂਗੇ, ਕਿੰਨਾ ਆ ਜਾਏਗਾ? 120। ਕਟੌਤੀ ਦਰ ਦਾ ਫਾਰਮੂਲਾ ਕੀ ਹੁੰਦਾ ਹੈ? ਕਟੌਤੀ ਬਟਾ ਅੰਕਿਤ ਮੁੱਲ ਗੁਣਾ 100। ਕਟੌਤੀ ਆਪਣੇ ਕੋਲ ਕਿੰਨੀ ਆਈ ਹੈ? 120 ਰੁਪਏ, ਯਾਨੀ ਕਿ ਜਿਹੜਾ ਅਸੀਂ ਡਿਸਕਾਊਂਟ ਸਾਨੂੰ ਦਿੱਤਾ ਗਿਆ ਹੈ ਅਪੋਨ
उस तो बाद अंकित मुल कितना है 500 रुपये गुणा 100 कटिंग करके साढ़े कोल कितना आंसर आ जाएगा 24%। ईजी क्वेश्चनस ने पेपर 2 के भी प्रीवियस ईयर असीं इस चैनल पर करांगे। नैक्सट क्वेश्चन है किसी ਪ੍ਰੀਖਿਆ ਵਿੱਚ 74% विद्यार्थी पास होए ਅਤੇ 156 फेल हो गए। ਪ੍ਰੀਖਿਆ देण वाले विद्यार्थियों की गिणती सी साडे कोल फेल होए फेल किन्ने हो गए ने पास साडे कोल हो गए ने 74%। ठीक है जी टोटल कितना होंदा है 100% होंदा है 100 ਦੇ ਵਿੱਚੋਂ 74 माइनस करांगे 26% यानी कि फेल किन्ने हो गए ने 26% बच्चे फेल हो गए ने 26% ਦੇ ਵਿੱਚ ਕਿੰਨੇ ਬੱਚੇ ਆਉਂਦੇ ਨੇ 156 ਬੱਚੇ ਕੁਐਸਚਨ 'ਚ ਦਿੱਤਾ ਗਿਆ ਹੈ 156 ਬੱਚੇ ਫੇਲ ਹੋ ਗਏ ਨੇ 26% ਕਿਹਦੇ ਬਰਾਬਰ ਹੈ 156 ਵਿਦਿਆਰਥੀਆਂ ਦੇ। ਨੈਕਸਟ ਉਸ ਤੋਂ ਬਾਅਦ 1% ਦੇ ਵਿੱਚ ਕਿੰਨੇ ਹੋਣਗੇ 156 ਬਟੇ 26 100% यानी कि ਆਪਾਂ ਨੇ टोटल करना है ਪ੍ਰੀਖਿਆ देने वाले विद्यार्थियों की टोटल संख्या करनी है इस करके ਅਸੀਂ ਇੱਥੇ ਕੀ ਲੈ ਰਹੇ ਹਾਂ 100% ਲੈ ਰਹੇ ਹਾਂ 156 बटे 26 इंटू 100 26 छिका 156 हो जाएगा एंड देन 6 ਨੂੰ 100 ਨਾਲ मल्टीप्लाई करके आ गया 600 आंसर। राइट आंसर की हो जाएगी 600। नैक्सट क्वेश्चन एक वर्ग ਅਤੇ आयत ਦਾ ਖੇਤਰਫਲ बराबर है जेकर वर्ग की एक भुजा 30 सेंटीमीटर ਅਤੇ आयत की लंबाई 36 सेंटीमीटर होवे ਤਾਂ आयत की चौड़ाई की होवे आयत की चौड़ाई की होवेगी आयत की चौड़ाई पता करनी है। सो सानू क्वेश्चन दे विच दिता गया है वर्ग का खेत्रफल बराबर है आयत का खेत्रफल। सब तो पहला वर्ग के खेत्र का फॉर्मूला लिख लांगे भुजा गुणा भुजा आयत के खेत्रफल का फॉर्मूला की है लंबाई गुणा चौड़ाई। भुजा आपां नूं कितनी दित्ती हुई है वर्ग की 30 सेंटीमीटर 30 सेंटीमीटर गुणा 30 सेंटीमीटर लिख लांगे दैन उस तो बाद लंबाई सानू दित्ती हुई है 36 सेंटीमीटर गुणा चौड़ाई 30 गुणा 30 36 नूं असीं नीचे पट्टे दे विच लैवांगे कटिंग करके साडे कोल चौड़ाई कितनी आ जाएगी 25 सेंटीमीटर 25 सेंटीमीटर साडा राइट आंसर हो जाएगा। नैक्सट क्वेश्चन है 35/42 दे तुल भिन्न पता करो जिस दा हर 30 सेंटीमीटर 30 होवे। ठीक है जी हर की होना चाहिए 30 होना चाहिए। सब तो पहला असी 35/42 नूं ਸਿੰਪਲੀਫਾਈ ਫਾਰਮ ਦੇ ਵਿੱਚ ਲਿਖ ਲਾਂਗੇ 35 ਤੇ 42 ਦੋਨੋਂ ਹੀ 7 ਦੇ ਪਹਾੜੇ ਤੇ ਆਉਂਦੇ ਨੇ ਇਸ ਕਰਕੇ ਦੋਨਾਂ ਨੂੰ ਅਸੀਂ 7 ਨਾਲ ਡਿਵਾਈਡ ਕਰ ਦਾਂਗੇ। ਡਿਵਾਈਡ ਕਰਨ ਤੋਂ ਬਾਅਦ ਸਾਡੇ ਕੋਲ ਅੰਸ਼ ਆਏਗਾ 5 ਤੇ ਹਰ ਕੀ ਆਏਗਾ 6। ਦੈਨ ਉਸ ਤੋਂ ਬਾਅਦ ਸਾਨੂੰ ਹਰ ਦੇ ਵਿੱਚ ਕੀ ਚਾਹੀਦਾ ਆ ਹਰ ਸਾਨੂੰ ਚਾਹੀਦਾ ਹੈ 30 ਚਾਹੀਦਾ ਹੈ ਇਸ ਕਰਕੇ ਅਸੀਂ 6 ਨੂੰ 5 ਨਾਲ ਮਲਟੀਪਲਾਈ ਕਰ ਦਾਂਗੇ ਉੱਪਰ ਵੀ ਅਸੀਂ 5 ਨੂੰ 5 ਨਾਲ ਮਲਟੀਪਲਾਈ ਕਰ ਦਾਂਗੇ 25/30 ਸਾਡਾ ਕੀ ਆ ਜਾਏਗਾ ਰਾਈਟ ਆਂਸਰ। ਈਜ਼ੀ ਕੁਐਸਚਨ ਸੀ। ਨੈਕਸਟ ਕੁਐਸਚਨ ਹੈ चित्र विच खाली स्थान द्वारा दर्शाई गई पिन खाली स्थान द्वारा दर्शाई गई पिन किहड़ी होएगी 1/3 उचित पिन। हुण 1/3 1/3 अपने कोल दो ऑप्शन दित्तियां होईयां हन पर राइट ऑप्शन किहड़ी है सी ऑप्शन। उचित पिन वो हुंदी है जिस दे विच अंश छोटा हुंदा है हर नालों अंश की होएगा छोटा होएगा हर दे नालों। ठीक है जी उसनूं की बोलिया जाता है उचित पिन। नैक्सट क्वेश्चन है 14 28 126 ਅਤੇ 280 ਦਾ ਲਸਵ ਹੈ। ਇਸ ਦਾ ਅਸੀਂ ਕੀ ਕੱਢਣ ਜਾ ਰਹੇ ਹਾਂ ਹੁਣ ਲਸਵ ਕੱਢਣ ਜਾ ਰਹੇ ਹਾਂ। ਠੀਕ ਹੈ ਜੀ ਸਭ ਤੋਂ ਪਹਿਲਾਂ ਅਸੀਂ 14 ਦੇ ਫੈਕਟਰਸ ਲਿਖ ਲਾਂਗੇ 2 ਗੁਣਾ 7 ਫਿਰ ਅਸੀਂ 28 ਦੇ ਫੈਕਟਰਸ ਲਿਖ ਲਾਂਗੇ 2 ਗੁਣਾ 2 ਗੁਣਾ 7 ਫਿਰ 126 ਦੇ ਫੈਕਟਰਸ ਦੈਨ ਉਸ ਤੋਂ ਬਾਅਦ 280 ਦੇ। ਹੁਣ ਅਸੀਂ ਕੀ ਦੇਖਿਆ ਵੀ 2 ਜਿਹੜਾ ਹੈਗਾ ਏ ਸਾਰਿਆਂ ਦੇ ਵਿੱਚ ਹੀ ਕਾਮਨ ਹੈ 7 ਵੀ ਸਾਰਿਆਂ ਦੇ ਵਿੱਚ ਕਾਮਨ ਹੈ 2 ਤੇ 7 ਨੂੰ ਅਸੀਂ ਅਲੱਗ ਲਿਖ ਲਿਆ ਦੈਨ ਉਸ ਤੋਂ ਬਾਅਦ ਜਿੰਨੇ ਬਾਕੀ ਸਾਰੇ ਫੈਕਟਰਸ ਬਚੇ ਨੇ ਉਹਨਾਂ ਸਾਰਿਆਂ ਨੂੰ ਹੀ ਲਿਖ ਲਿਆ। 2 ਆਪਣੇ ਕੋਲ 4 ਵਾਰੀ ਆਇਆ ਇਸ ਕਰਕੇ 2 ਦੀ ਪਾਵਰ ਅਸੀਂ 4 ਲਿਖ ਦਿੱਤੀ ਹੈ 3 ਸਾਡੇ ਕੋਲ 2 ਵਾਰੀ ਆਇਆ ਤੇ 2 ਦੀ ਪਾਵਰ ਅਸੀਂ 2 ਲਿਖਤੀ ਹੈ ਗੁਣਾ 5 ਗੁਣਾ 7 ਸਾਡੇ ਕੋਲ सी ऑप्शन बिल्कुल राइट हो जाएगी। ठीक है जी 2 क्वेश्चन कंटेंट दे रह गए ने उस तो बाद पेडागोजी के क्वेश्चन साडे कोल आउणगे। नैक्सट क्वेश्चन है दिता गया पाई ग्राफ एक स्कूल विच वख-वख विषयां नूं चुनन वाले विद्यार्थियों की गिणती नूं दर्शाउंदा है। जेकर विद्यार्थियों की कुल गिणती 720 होवे तां पाई ग्राफ का अध्ययन करके प्रश्न नंबर 98 ਅਤੇ 99 ਦੇ उत्तर दिओ। साडे कोल यह पाई ग्राफ है इसनूं ध्यान नाल देख लो। संस्कृत है 50 डिग्री अंग्रेजी 120 डिग्री पंजाबी 100 डिग्री हिंदी 90 डिग्री। टोटल साडे कोल विद्यार्थी किन्ने ने 720 विद्यार्थी ने। ठीक है जी और ये जिहड़ा पाई पूरा सर्कल हुंदा है किन्ने डिग्री का हुंदा है सानू पता है जिहड़ा सर्कल हुंदा है वो पूरा किन्ने हुंदा 360 डिग्री का एक सर्कल हुंदा है। साडे कोल अलग अलग डिग्रीज दित्तियां गईयां ने संस्कृत दे विच 50 डिग्री अंग्रेजी 120 डिग्री पंजाबी 100 डिग्री एंड दैन हिंदी की है
90 डिग्री। ठीक है जी, हम क्वेश्चन 98 पढ़ते हैं। अंग्रेजी ਅਤੇ ਪੰਜਾਬੀ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਕੁੱਲ ਗਿਣਤੀ ਹੈ। ਸਭ ਤੋਂ ਪਹਿਲਾਂ ਅਸੀਂ ਪਤਾ ਕਰਾਂਗੇ ਅੰਗਰੇਜ਼ੀ ਵਿਸ਼ਾ ਪੜ੍ਹਨ ਵਾਲੇ ਕਿੰਨੇ ਵਿਦਿਆਰਥੀ ਹਨ। ठीक है जी, अंग्रेजी विषय पढ़ने वाले विद्यार्थियों की कुल गिनती कितनी है। सब तो पहला सानू की दिता हुआ है 120 डिग्री दिता हुआ है। 120 डिग्री बटा की लिख देंगे 360 डिग्री, क्योंकि पाई चार्ट के कितनियां डिग्रीज होंदियां ने 360 डिग्री होंदी है, गुणा 720 के नाल इसलिए मल्टीप्लाई किया है क्योंकि सानू कुल विद्यार्थियों की गिनती कितनी दी हुई है 720। सो इन्हों असीं कटिंग करके साडे कोल कितना आ जाएगा 240 आ जाएगा। अंग्रेजी विषय पढ़ाने वाले विद्यार्थियों की कुल गिनती कितनी है 240, यानी कि साढ़े को डबल आ जाएगा एक हिसाब के नाल। देखो 120 है, 120 का डबल कितना हो जाएगा 240, 90 का डबल 180 हो गया, 100 का डबल 200, 50 का डबल कितना हो गया 100 हो गया। ठीक है जी। एंड पंजाबी पढ़ाने वाले 200 ने, अंग्रेजी विषय पढ़ाने वाले विद्यार्थी 240 पढ़ने वाले सॉरी। सो 200 प्लस 240 कितना हो गया 440 साढ़े को राइट आंसर हो जाएगा। 440 साढ़े को की हो जाएगा राइट आंसर। नैक्सट क्वेश्चन है पाई चार्ट के विचों ही हिंदी और संस्कृत विषा पढ़ने वाले विद्यार्थियों की गिणती का अंतर है। हुण असीं इस दे विच की दसना है, अंतर दसना है। हिंदी विषा पढ़ाने वाले किन्ने विद्यार्थी ने 180 माइनस संस्कृत विषा पढ़ाने वाले किन्ने ने 100। 180 दे विचों 100 माइनस किते 80 साडे कोल राइट आंसर हो जाएगा। नैक्सट क्वेश्चन है जेकर 200 मीटर की दूरी 20 सैकेंड में तय की जाती है तो रफ्तार है। सब तो पहले रफ्तार का फॉर्मूला की होंदा है दूरी बटा समा। सो असी ऑप्शन दे विच देख सकते हाँ साडे कोल किलोमीटर ते घंटिया दे विच आंसर दिता होया है, बट ऑप्शन विच सानू मीटर ते सैकेंड इकाइयां दित्तियां होईयां हन। सो इस करके असी मीटर नूं असी किलोमीटर दे विच चेंज करांगे, सैकेंड नूं असी घंटे दे विच चेंज करांगे। 1 किलोमीटर दे विच 1000 सेंटीमीटर हुंदे ने, सॉरी 1000 मीटर, ठीक है 1000 मीटर होंगे ने। एंड 1 मीटर के 1/1000 किलोमीटर आ जाएगा। इस करके असी 200 बटा 1000 लिख देंगे। दैन उस तो बाद 1 घंटे के 3600 सैकेंड होंगे ने, 1 सैकेंड के 1/3600 घंटे होंगे ने। 20 नूं असी नीचे लिखना है क्योंकि समा साढ़े कोल 20 सैकेंड की गल की गई है। एंड असी इनू घंटिया के चेंज करना है, इस करके असी 36 नूं उपर लिखांगे। कटिंग करन तो बाद साढ़े कोल राइट आंसर आएगी 36 किलोमीटर प्रति घंटा। ठीक है, ये साड़ी हो जाएगी राइट आंसर। नैक्सट क्वेश्चन है गणित का राष्ट्रीय दिवस कदों मनाया जाता है 22 दिसंबर नूं। गणित की प्रकृति विच गणित के लंबे आकार का अर्थ है गणित सब तो उपयोगी स्कूल विषय है। गणित नूं क्रमबद्ध रूप में सीखण की लोड़ है। गणित नूं गहराई नाल सीखण की लोड़ है। गणित नूं स्कूल के बाकी सारे विषयों विच लागू किया जाता है। राइट आंसर इस गणित नूं क्रमबद्ध रूप में सीखण की लोड़ है। नैक्सट क्वेश्चन गणित विच समस्या की पेशकारी लड़ी लोड़ है मौलिक अते विविध सोच दी। राइट आंसर इस मौलिक अते विविध सोच दी। विद्यार्थी गणित का आनंद लेना सीखण जेकर राइट आंसर इस जमात विच गतिविधि आधारित अध्यापन होवे। राइट आंसर इस जमात विच गतिविधि आधारित अध्यापन होवे। नैक्सट क्वेश्चन गणित की जमात विच व्यक्तिगत इंटरव्यू करना महत्वपूर्ण है विद्यार्थियों नाल तालमेल बिठाउण लई, विद्यार्थियों के समाजिक और आर्थिक पद्धर नूं समझण लई, गलतियां नूं पछाणन अते इन्हां दी उपचार नीतियां निर्धारित करन लई। राइट आंसर इस गलतियां नूं पछाणन अते इन्हां दियां उपचार नीतियां निर्धारित करन लई। नैक्सट क्वेश्चन इज दो संख्यावां का जोड़ अते गुणनफल क्रमवार -2 अते 63 हैं। इन्हां संख्यावां दे उल्ट क्रम का जोड़ है। इन्हां संख्यावां दे उल्ट क्रम का जोड़ लिखना असीं ने। ठीक है जी, दो संख्यावां का जोड़ यानी कि अल्फा प्लस बीटा साडे कोल कितना आ, इनू आपां लिखते होंगे -b/a। दैन उस तो बाद अल्फा और बीटा दो संख्यावां दे गुणनफल कितना है -63 और इत्थे साडे कोल की है -2, यानी कि ए दी वैल्यू साडे कोल कितनी हो जाएगी 1 हो जाएगी। दैन उस तो बाद अल्फा दो गुणनफलों का की होंदा c/a होंदा है। ठीक है, जिथे अपने कोल -63 दिता होया है। ए दी वैल्यू यानी कि साडे कोल कितनी आ -1 है। ठीक है जी, ए दी वैल्यू कितनी आ सॉरी
+1 है एंड इस दी वैल्यू कितनी है -2। उल्ट क्रम का जोड़ सानू पूछा गया है, इस करके उल्ट क्रम का जोड़ साढ़े कोल कितना आ जाएगा 2/63, क्योंकि माइनस माइनस की हो जाएंगे कैंसल हो जाएंगे। राइट ऑप्शन की है 2/63। नैक्सट क्वेश्चन, किसी अंक नूं दोहराउण बिना 10 अंकों की वड्डी तो वड्डी संख्या के अंकों का जोड़ है। 10 अंकों की वड्डी तो वड्डी संख्या दसनी है। सो अपने को टोटल 0 तो लैके 9 तक डिजिट्स होंगे ने, ठीक है जी। किसी भी अंक को असीं दोहरा नहीं सकते। सब तो वड्डा अंक साडे कोल 9 है, दैन उस तो बाद 8 7 6 5 4 3 2 1 0। असी किसी भी डिजिट नूं दोहराया नहीं है। इन्हां सारिਆਂ ਦਾ जोड़ साडे कोल कितना आ जाएगा 45। राइट आंसर इज 45। बहुत ईजी क्वेश्चन दिते हुए ने। नैक्सट क्वेश्चन है, नैक्सट क्वेश्चन मैं थोड़ा लिख देनी है स्क्रीन पर, हो सकता है थोड़ा विजिबल ना होवे। 1 दी स्क्वायर -2 दी स्क्वायर +3 दी स्क्वायर -4 दी स्क्वायर +5 दी स्क्वायर -6 दी स्क्वायर डैश 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 +9 दी स्क्वायर -10 दी स्क्वायर का मुल है। तुसीं देख सकते हो क्वेश्चन दे विच ਜਿਹੜੀਆਂ भी जिस्त संख्यावां ने उन्हां दे अगे की लग्या होया है माइनस, और ਜਿਹੜੀਆਂ टांक संख्यावां ने उन्हां दे अगे की लिखा होया है प्लस लग्या होया है। सब तो पहले असीं टांक संख्यावां नूं अलग कर लांगे। 1 दी स्क्वायर 3 दी स्क्वायर 5 दी स्क्वायर +9 दी स्क्वायर, सॉरी 7 रह गया, 7 दी स्क्वायर 9 दी स्क्वायर। दैन उस तो बाद माइनस कॉमन कर लांगे, अंदर असी सारिया जिस्त संख्यावां लिख लवांगे। एक दी स्क्वायर 1 हो जाएगी, 3 दी स्क्वायर 9, 5 दी स्क्वायर 25, 7 दी स्क्वायर 49 +9 दी स्क्वायर कितनी हो जाएगी 81। दैन उस तो बाद असी इन्हां सारिਆਂ ਦਾ जोड़ कर देंगे। 2 दी स्क्वायर 4 16 36 +64 +100, ठीक है जी। एंड दैन उस तो बाद इन्हों जोड़ कर दो तुसी, जोड़ करके कितना आएगा, इन्हां सारियां नूं टांक संख्यावां नूं जोड़ना है, ठीक है जी। दैन उस तो बाद जिस्त संख्यावां नूं जोड़ना है। अपने को राइट आंसर मैं तुहानूं दस देनी है, इधर तुसी जोड़ के लिख लो और इधर इन्हों भी जोड़ के लिख के जिन्ना आएगा उन्होंने माइनस कर दो, थोड़े को राइट आंसर आ जाएगा -55, ठीक है जी। राइट आंसर अपने को कितना आ जाएगा -55। ऑप्शन डी बिल्कुल की हो जाएगी राइट हो जाएगी। नैक्सट क्वेश्चन है, a दी पावर 4 -b दी पावर 4 अपॉन a - b का न्यूनतम रूप है। छोटा रूप असी दसांगे इसका केड़ा है। सब तो पहला असी मैं क्वेश्चन एक बार दोबारा लिख देनी हाँ, a दी 4 -b दी 4 अपॉन a - b, a दी 2 दी आप स्क्वायर लिख लाँगे, क्योंकि असी a स्क्वायर - b स्क्वायर का फॉर्मूला यूज़ करन जा रहे हैं। इस करके असी अपने को a दी पावर 4 है, असी इन्हूं 2 अलग करके लिख लिया, ठीक है जी। 2 2 इदां लिख लाँगे। दैन उस तो बाद b दी स्क्वायर दी स्क्वायर a - b, a स्क्वायर - b स्क्वायर का फॉर्मूला लगावांगे। उसका फॉर्मूला है a + b a - b, ठीक है। सब तो पहला लिखांगे असी a + b a - b अपॉन a - b। दैन उस तो बाद इसते असी दोबारा a स्क्वायर - b स्क्वायर का फॉर्मूला लगान जा रहे हैं, a स्क्वायर + b स्क्वायर। दैन उस तो बाद a + b a - b अपॉन a - b, a - b कैंसल। राइट आंसर अपने को आ जाएगा a स्क्वायर + b स्क्वायर a + b। ऑप्शन कि राइट हो जाएगा अपने को, सेकंड ऑप्शन राइट हो जाएगी। नेक्स्ट क्वेश्चन है 0.00056 डिवाइड करना है
0.08 पॉइंट हटा के असी बटे लगा लांगे। ਜਦੋਂ ਉੱਪਰ ਵਾਲੀ ਰਕਮ ਦੇ ਵਿੱਚ ਕਿੰਨੀਆਂ ਜ਼ੀਰੋਜ਼ ਨੇ 1 2 3 4 5 ਅਕਸ਼ਰ ਨੇ, ਨੀਚੇ ਅਸੀਂ ਕਿੰਨੀਆਂ ਜ਼ੀਰੋਜ਼ ਲਗਾਵਾਂਗੇ 5 ਜ਼ੀਰੋਜ਼। ਨੀਚੇ ਸਾਡੇ ਕੋਲ 2 ਅਕਸ਼ਰ ਨੇ, ਇਸ ਕਰਕੇ ਅਸੀਂ 2 ਜ਼ੀਰੋਜ਼ ਲਗਾਉਣ ਜਾ ਰਹੇ ਹਾਂ। ਦੈਨ ਉਸ ਤੋਂ ਬਾਅਦ ਅਸੀਂ ਪੁਆਇੰਟ ਹਟਾ ਕੇ ਜ਼ੀਰੋਜ਼ ਲਗਾ ਰਹੀਆਂ ਨੇ, ਇਸ ਕਰਕੇ ਸਾਡੇ ਕੋਲ 8 7 ਦਾ 56 ਹੋ ਜਾਏਗਾ। ठीक है जी, 2 ਜ਼ੀਰੋਜ਼ ਨਾਲ 2 ਜ਼ੀਰੋਜ਼ ਕੈਂਸਲ, ਸਾਡੇ ਕੋਲ ਕੀ ਬਚ ਗਿਆ 7/1000। ਇਸ ਨੂੰ ਅਸੀਂ ਕਿਵੇਂ ਲਿਖ ਲਾਂਗੇ 0.007। ਰਾਈਟ ਆਂਸਰ ਕੀ ਹੋ ਜਾਏਗਾ 0.007। ਨੈਕਸਟ ਕੁਐਸਚਨ ਇਜ਼ ਐਡ ਕਰਨਾ ਹੈ। ਮੈਂ ਤੁਹਾਨੂੰ ਦੱਸ ਦਿੰਦੀ ਕਿਸ ਕਿਸ ਨੂੰ ਐਡ ਕਰਨਾ ਹੈ। 0.002 ਇੱਥੇ ਪੁਆਇੰਟ ਆ, ਠੀਕ ਹੈ 2.02 0.22 इसनों ऐड करना है। ऐड करके साढ़े कोल आ जाएगा 0.042। सी ऑप्शन साढ़े कोल की हो जाएगी राइट हो जाएगी। नैक्सट क्वेश्चन है, एक कोण अपने पूरक कोण के माप तो 34 डिग्री ज़्यादा है, कोण का माप है। ठीक है जी, एक कोण जो असी कॉम्पलीमेंटरी एंगल की गल करते हैं, असी 90 के विचों 34 नूं सिंपली माइनस कर देंगे। ठीक है जी, साढ़े कोल कितना आ जाएगा 56। राइट आंसर की हो जाएगी 56। नैक्सट क्वेश्चन है, 4 अंकों की वड्डी तो वड्डी संख्या किहड़ी है जिहड़ी 12 15 18 और 27 हरेक नाल पूर्ण तौर पर भाजयोग है, यानी कि सब दे नाल पूरे तरीके दे नाल डिवाइड हो जाएगी। सब तो पहला असी 12 15 18 और 27 का एलसीएम करना है। तुसी इन्हां दा एलसीएम अपनी नोटबुक दे विच फाइंड आउट करो। एलसीएम साडे कोल आएगा 540। ठीक है जी, एंड दैन उस तो बाद एलसीएम 540 आ गया। ब्रूट फोर्स के तरीके दे नाल उसके लॉ के अकॉर्डिंग सब तो घट गुणांक वाली संख्या 18 है, इस करके असी 540 नूं 18 दे नाल मल्टीप्लाई करांगे, साडे कोल 9720 राइट आंसर आ जाएगा। राइट आंसर की हो जाएगा 9720। नैक्सट क्वेश्चन है, एक चतुर्भुज दे कोण 3 5 9 13 के अनुपात विच हन, सब तो वड्डे कोण का माप है। 4 सानू पता है चतुर्भुज के 4 कोणे हुंदे हन, एंड 4 कोणों का जोड़ कितना हुंदा है 360 डिग्री। असीं सारे दे नाल एक्स लगा लांगे, दैन उस तो बाद इन्हां नूं जोड़ दांगे। चारे कोणों का जोड़ कितना हो जाएगा 360 डिग्री। इन्हां नूं जोड़ो, जोड़ के कितना आ जाएगा 5 3 8 17 17 ते 13 किन्ने हो जाएंगे 30। TX बराबर है 360 डिग्री। ठीक है जी, और इन्हों क्या कट के साढ़े कोल कितना आ जाएगा 12। एक्स कितना आ गया 12। सब तो वड्डा कोण किहड़ा है 13x। सो 13 नूं 12 दे नाल तुसीं की कर देना आ मल्टीप्लाई कर देना है। मल्टीप्लाई करके साढ़े कोल कितना आ जाएगा 156। सब तो वड्डा कोण दा माप की है 156 डिग्री। राइट आंसर की हो जाएगा 156। नैक्सट क्वेश्चन इज, एक समदोभुजी त्रिभुज ABC विच एंगल B 90 डिग्री और भुजा AB 6 सेंटीमीटर है, तो भुजा AC होगी। जी तीजी भुजा होंगी है उसकी स्केयर कर दो A² + B² माइनस cos 90 AB cos 90। यह कि उसका यदा फॉर्मूला होंगे A² अपने को कितनी है 6 की स्केयर प्लस B² कितनी है 6 की स्केयर। ठीक है, माइनस cos 90 कितना होंगे 0, इस करके इधरली सारी वैल्यू की हो जाएगी 0 हो जाएगी। 6 की स्केयर कितना हो गया 36, 6 की स्केयर कितना हो गया 36, 36 36 कितना हो गया 72। इधर वाली साइड साढ़े को स्केयर है, इस करके इधरली साइड आ जाएगा अपने को रूट 72 कितना होंगे, इन्हू एक्सपेंड करके लिख देंगे 6 गुणा 6 गुणा 2, चिकम चिकम 72 हो जाएगा। 6 6 फैक्टर 2 बार 6 आ गया, इस करके 6 असीं बाहर कट देंगे। 2 के उत्ते की लग जाएगा अपने को रूट लग जाएगा 6√2 साढ़े को की हो जाएगा राइट आंसर हो जाएगा। अगर तुहानूं फॉर्मूला पता होगा तुसीं कोई भी क्वेश्चन कर सकते हो आसानी दे नाल। नैक्सट क्वेश्चन है, हुण इस क्वेश्चन दे विच इस जगह ते किहड़ी संख्या आवेगी वो दसना है। 343 साढ़े कोल 7 की क्यूब है, 512 8 की क्यूब, इत्थे एक 9 की क्यूब भी आना सीगा। ठीक है, कोई गल नहीं।
दैन उस तो बाद अपने को 10 की क्यूब है, 11 की क्यूब कितनी हो जाएगी 1331 अपने को क्या होगा राइट आंसर। एक घनाभ के किन्ने पासे सिखर और किनारे होंगे हैं, राइट आंसर की है पासे 6 सिखर 8 किनारे किन्ने होंगे हैं 12 होंगे हैं। ठीक है जी, साढ़े को 3 क्वेश्चन रह गए लास्ट बस। नैक्सट क्वेश्चन है एक चक्कर जिसका परिमाप 44 सेंटीमीटर है का खेत्रफल होगा। चक्करफल का खेत्रफल का फॉर्मूला की होंगे है पाई आर स्केयर होंगे है। परिमाप साढ़े कोल की होंगे 2 पाई आर, 2 पाई आर साढ़े कोल 44 सेंटीमीटर दिता होया है, 2 दी असी इसनूं कैंसल कर देंगे, साढ़े कोल कितना आ गया 22। ठीक है जी, आर की वैल्यू कितनी आ जाएगी 22/पाई। ठीक है, इस तरीके लिख लो। दैन उस तो बाद पाई गुणा आर साढ़े कोल कितना है 22/पाई गुणा 22/पाई स्केयर, इस करके 2 बार लिख रहे हैं, पाई दे नाल पाई कैंसल हो जाएगी। ठीक है जी, हुण पाई नूं खोलण का टाइम आ गया है, पाई की जगह असी की लिख लाँगे 22 गुणा 22 पहला लिखो, इस पाई की जगह पर 22/7, 7 उपर चला जाएगा ना, 22 नाल 22 कैंसल, 22 नूं 7 नाल मल्टीप्लाई कितना कितना आ गया 154। दैन उस तो बाद इसनूं असी कन्वर्ट करना है मीटरां दे विच। ठीक है जी, मीटर स्केयर दे विच इसनूं कन्वर्ट करना है, इस करके इसनूं असी 1000 दे नाल डिवाइड कर रहे हैं। वैसे इनू मीटर च चेंज करना होंदा तो असी 100 नाल करना सी, क्योंकि एक मीटर दे विच 100 सेंटीमीटर होंदे ने, बट असी मीटर स्केयर है ना साडे कोल यह जिहड़ा चक्कर का खेत्रफल है, इस करके इसनूं 1000 दे नाल डिवाइड कर रहे हैं। साडे कोल आंसर आ जाएगा 0.0154, ऑप्शन ए राइट हो जाएगी। नैक्सट क्वेश्चन इज जेकर हरेक गोली का भार 25 मिलीग्राम होवे तो अजिहियां 1 ਲੱਖ गोलियां का भार होवेगा। सब तो पहला तो असीं क्वेश्चन च देख सकते हैं साडे कोल ऑप्शनस जिहड़ियां ने वो किलोग्राम दे विच दित्तियां होईयां ने, इस करके सानूं मिलीग्राम नूं किलोग्राम दे विच चेंज करना पेगा। सब तो पहला मैं तुहानूं दसदा 1 किलोग्राम दे विच 10 ਲੱਖ मिलीग्राम हुंदे ने, एक किलोग्राम के 10 ਲੱਖ मिलीग्राम होंगे ने, इस करके असी 25 नूं 10 ਲੱਖ के नाल डिवाइड करांगे, 25 नूं राइट। हुण असी की 1 ਲੱਖ गोलियां का भार पता करना, इस करके असी 1 ਲੱਖ के नाल इसनूं मल्टीप्लाई करांगे, 5 जीरोआं दे नाल 5 जीरोआं कैंसल, इत्थे 25/10 बच गया, 25/10 नूं असी की लिख देंगे 2.5 राइट आंसर हो जाएगा। इजी जिहा क्वेश्चन सीगा। नैक्सट क्वेश्चन है एक कण जिसकी सतह का खेत्रफल 294 मीटर स्केयर है तो आयतन पता करो। कण के खेत्रफल का फॉर्मूला की होंदा 6a स्केयर बराबर सानूं कितना दिता होया कण का खेत्रफल 294 ए स्केयर, 294 नूं जदों असीं 6 नाल डिवाइड करांगे साडे कोल कितना आ जाएगा 49, 49 का रूट कितना हो जाएगा 7, ए की वैल्यू कितनी आ गई 7 आ गई ए की वैल्यू। दैन उस तो बाद कण का आयतन पता करना, कण का आयतन की होंदा ए क्यूब, इस करके असीं की कर देंगे 7 गुणा 7 गुणा 7 यानी कि 343 साडे कोल राइट आंसर आ जाएगा। सी ऑप्शन की हो जाएगा राइट। हुण साडे कोल लास्ट सैक्शन बच गया है, असीं लास्ट पड़ाव ते पहुँच चुके हैं जो कि है EVS का। ठीक है जी, काफ़ी इंपॉर्टेंट है भी। नैक्सट क्वेश्चन है अबोहर जंगली जीवन पनाहगाह किस जीव लई प्रसिद्ध है। प्रवासी पंछियों लई, जंगली सूर, कस्तूरी मिर्ग, काला हिरन। राइट आंसर इज काला हिरन। नैक्सट क्वेश्चन हेठ लिखियां विचों किहड़ी मनुख रचित आपदा नहीं है। डाका, जंग, हड़ताल, हड़। राइट आंसर इज हड़। नैक्सट क्वेश्चन डैश की घाट कारण अनीमिया रोग हो जाता है। लोहा, कैल्शियम, नमक, पोटाशियम। राइट आंसर इज लोहा। नैक्सट क्वेश्चन धरती के तल के सब तो नेड़े वायुमंडल की किहड़ी परत है। ट्रोपोस्फीयर, मिजोस्फीयर, आइनोस्फीयर, स्ट्रैटोस्फीयर। राइट आंसर इज ट्रोपोस्फीयर। नैक्सट क्वेश्चन खाने का वो हिस्सा जो शरीर में हजम नहीं होंदा। स्टार्च, सैलूलोज, प्रोटीन, फैट। राइट आंसर इज सैलूलोज। मनुखी शरीर में सब तो लंबी हड्डी किहड़ी है। ह्यूमरस, स्टेप्स, फीमर, रेडियस। राइट आंसर इज फीमर। नैक्सट क्वेश्चन हेठा लिखियां विचों किहड़ा भूमि खोर का कारण नहीं है। हवा, पशुओं द्वारा अधिकतर चर लेना, सूरज, पानी। राइट आंसर इज सूरज। जीभ के किहड़े हिस्से विच कौड़ा स्वाद चखण वाले संवेदक हुंदे हन। जीभ का विचला हिस्सा, जीभ का पिछला हिस्सा, जीभ का शुरू का हिस्सा, जीभ के किनारे। राइट आंसर इज जीभ का पिछला हिस्सा। नैक्सट क्वेश्चन ऊर्जा का किन्ने प्रतिशत भाग
ਹੇਠਲੇ ਭੋਜਨ ਪੱਧਰ ਤੋਂ ਉੱਪਰਲੇ ਭੋਜਨ ਪੱਧਰ ਵਿੱਚ ਸਥਾਨਾਂਤਰਨ ਹੁੰਦਾ ਹੈ 5%, 1%, 10% ਜਾਂ ਫਿਰ 50%। ਰਾਈਟ ਆਂਸਰ ਇਜ਼ 10%। ਨੈਕਸਟ ਕੁਐਸਚਨ, ਪੰਜਾਬ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਹਨ? ਉਸ ਟਾਈਮ ਤੇ ਪੰਜਾਬ ਦੇ ਵਿੱਚ 22 ਜ਼ਿਲ੍ਹੇ ਸੀ, ਇਸ ਕਰਕੇ ਇਸ ਦੀ ਆਂਸਰ 22 ਹੈ। ਬਟ ਨਾਓ ਹੁਣ ਆਪਣੇ ਕੋਲ ਮਲੇਰਕੋਟਲਾ ਬਣ ਚੁੱਕਿਆ ਹੈ 14 ਮਈ 2021 ਦੇ ਵਿੱਚ। ਹੁਣ ਸਾਡੇ ਕੋਲ ਕਿੰਨੇ ਜ਼ਿਲ੍ਹੇ ਹੋ ਚੁੱਕੇ ਹਨ? 23 ਜ਼ਿਲ੍ਹੇ। ਵੱਖ-ਵੱਖ ਕਿਸਮਾਂ ਦੇ ਫੁੱਲਾਂ ਬਾਰੇ ਮੁੱਢਲੀ ਜਾਣਕਾਰੀ ਨੂੰ ਸਪਸ਼ਟ ਕਰਨ ਲਈ ਇੱਕ ਅਧਿਆਪਕ ਚਾਰਟ ਉੱਤੇ ਫੁੱਲਾਂ ਦੀਆਂ ਤਸਵੀਰਾਂ ਦਿਖਾ ਸਕਦਾ ਹੈ। ਵੱਖ-ਵੱਖ ਕਿਸਮਾਂ ਦੇ ਫੁੱਲਾਂ ਬਾਰੇ ਕਿਤਾਬ ਪੜ੍ਹ ਸਕਦਾ ਹੈ। ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮ ਦੇ ਫੁੱਲ ਲਿਆਉਣ ਲਈ ਕਹਿ ਸਕਦਾ ਹੈ। ਪੜ੍ਹਾਉਣ ਲੱਗਿਆਂ ਬੱਚਿਆਂ ਨੂੰ ਅਸਲੀ ਫੁੱਲ ਦਿਖਾ ਸਕਦਾ ਹੈ। ਰਾਈਟ ਆਂਸਰ ਇਜ਼ ਪੜ੍ਹਾਉਣ ਲੱਗਿਆਂ ਬੱਚਿਆਂ ਨੂੰ ਅਸਲੀ ਫੁੱਲ ਦਿਖਾ ਸਕਦਾ ਹੈ। ਨੈਕਸਟ ਕੁਐਸਚਨ, ਰਾਹੁਲ ਆਪਣੀ EVS ਦੀ ਅਸਾਈਨਮੈਂਟ ਵੇਲੇ ਸਿਰ ਨਹੀਂ ਸੌਂਪਦਾ, ਫਿਰ ਤੁਸੀਂ ਉਸਦੇ ਮਾਤਾ ਪਿਤਾ ਨੂੰ ਦੱਸੋਗੇ, ਉਸਨੂੰ ਕਲਾਸ ਵਿੱਚ ਬੈਠਣ ਦੀ ਆਗਿਆ ਨਹੀਂ ਦੋਗੇ, ਕਾਰਨ ਜਾਣਨ ਦੀ ਕੋਸ਼ਿਸ਼ ਕਰੋਗੇ, ਉਸ ਵੱਲ ਧਿਆਨ ਨਹੀਂ ਦੋਗੇ। ਰਾਈਟ ਆਂਸਰ ਇਜ਼ ਕਾਰਨ ਜਾਣਨ ਦੀ ਕੋਸ਼ਿਸ਼ ਕਰਾਂਗੇ। ਨੈਕਸਟ ਕੁਐਸਚਨ, ਤੁਸੀਂ ਪੋਸ਼ਣ ਸੰਬੰਧੀ ਵਿਸ਼ੇ 'ਤੇ ਕਲਾਸ ਵਿੱਚ ਪੜ੍ਹਾ ਰਹੇ ਹੋ, ਇੱਕ ਬੱਚਾ ਵਿਸ਼ੇ ਤੋਂ ਹਟ ਕੇ ਸਵਾਲ ਪੁੱਛਦਾ ਹੈ, ਤੁਸੀਂ ਕੀ ਕਰੋਗੇ? ਉਸਦੀ ਸ਼ਲਾਘਾ ਕਰੋਗੇ, ਉਸਨੂੰ ਵਿਸ਼ੇ ਤੋਂ ਹਟਵੇਂ ਸਵਾਲ ਪੁੱਛਣ ਦੀ ਆਗਿਆ ਦੋਗੇ, ਉਸਨੂੰ ਝਿੜਕਾਂ ਮਾਰੋਗੇ ਅਤੇ ਸਜ਼ਾ ਦਿਓਗੇ, ਕਲਾਸ ਦੇ ਉਪਰੰਤ ਉਸਦੇ ਸਵਾਲ ਦਾ ਜਵਾਬ ਦਿਓਗੇ। ਰਾਈਟ ਆਂਸਰ ਇਜ਼ ਕਲਾਸ ਦੇ ਉਪਰੰਤ ਉਸਦੇ ਸਵਾਲ ਦਾ ਜਵਾਬ ਦਿਓਗੇ। ਨੈਕਸਟ ਕੁਐਸਚਨ, ਦੁਪਹਿਰ ਦੇ ਖਾਣੇ ਤੋਂ ਬਾਅਦ EVS ਦੀ ਕਲਾਸ ਪੜ੍ਹਾਉਣ ਲੱਗਿਆ ਪਤਾ ਲੱਗਦਾ ਹੈ ਕਿ ਬੱਚੇ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਲੈ ਰਹੇ, ਤਾਂ ਤੁਸੀਂ ਕੀ ਕਰੋਗੇ? ਰਾਈਟ ਆਂਸਰ ਇਜ਼ ਪੜ੍ਹਾਉਣ ਦੀ ਪ੍ਰਕਿਰਿਆ ਨੂੰ ਅਸਰਦਾਇਕ ਬਣਾਉਣ ਲਈ ਆਡੀਓ ਵੀਡੀਓ ਸਮੱਗਰੀ ਦੀ ਵਰਤੋਂ ਕਰਾਂਗੇ। ਨੈਕਸਟ ਕੁਐਸਚਨ, ਇੱਕ ਸਕੂਲ ਨੇ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਬੋਟੈਨੀਕਲ ਗਾਰਡਨ ਦੇ ਟੂਰ ਦੀ ਯੋਜਨਾ ਬਣਾਈ। ਟੂਰ ਦੇ ਜਾਣ ਤੋਂ ਪਹਿਲਾਂ ਤੁਸੀਂ ਬੱਚਿਆਂ ਨੂੰ ਕੀ ਹਦਾਇਤਾਂ ਦੋਗੇ? ਰਾਈਟ ਆਂਸਰ ਇਜ਼ ਉਹ ਹਰ ਬੂਟੇ ਨੂੰ ਧਿਆਨ ਨਾਲ ਦੇਖਣ ਅਤੇ ਆਪਣੇ ਦੁਆਰਾ ਇਕੱਤਰ ਕੀਤੀ ਜਾਣਕਾਰੀ ਹੋਰਨਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਾਲ ਸਾਂਝੀ ਕਰਨ। ਨੈਕਸਟ ਕੁਐਸਚਨ, ਡੰਗਰਾਂ ਦਾ ਗੋਹਾ ਡੈਸ਼ ਫਾਲਤੂ ਪਦਾਰਥ ਹੈ। ਰਾਈਟ ਆਂਸਰ ਇਜ਼ ਜੈਵ ਵਿਘਟਨਸ਼ੀਲ। ਉਸ ਪ੍ਰਕਿਰਿਆ ਦਾ ਨਾਮ ਦੱਸੋ ਜਿਸ ਵਿੱਚ ਹਾਨੀਕਾਰਕ ਰਸਾਇਣ ਭੋਜਨ ਲੜੀ ਵਿੱਚ ਸ਼ਾਮਿਲ ਹੋ ਜਾਂਦੇ ਹਨ ਅਤੇ ਭੋਜਨ ਲੜੀ ਦੇ ਹਰ ਪੱਧਰ 'ਤੇ ਸੰਘਣੇ ਹੋ ਜਾਂਦੇ ਹਨ। ਰਾਈਟ ਆਂਸਰ ਇਜ਼ ਬਾਇਓ ਮੈਗਨੀਫਿਕੇਸ਼ਨ। ਨੈਕਸਟ ਕੁਐਸਚਨ, ਅਮੀਬੀ ਪੇਚਸ ਕਿਸ ਰੋਗਜਨਕ ਸੂਖਮ ਜੀਵ ਨਾਲ ਸੰਬੰਧਿਤ ਹੈ? ਰਾਈਟ ਆਂਸਰ ਇਜ਼ ਪ੍ਰੋਟੋਜ਼ੋਆ। ਨੈਕਸਟ ਕੁਐਸਚਨ, ਹਰੀਕੇ ਜਲਗਾਹ 'ਤੇ ਕਿਹੜੇ ਦਰਿਆ ਮਿਲਦੇ ਹਨ? ਰਾਈਟ ਆਂਸਰ ਇਜ਼ ਸਤਲੁਜ ਤੇ ਬਿਆਸ। ਹੇਠ ਲਿਖਿਆਂ ਵਿੱਚੋਂ ਊਰਜਾ ਦਾ ਕਿਹੜਾ ਸਰੋਤ ਨਵਿਆਉਣਯੋਗ ਹੈ? ਰਾਈਟ ਆਂਸਰ ਇਜ਼ ਸੂਰਜੀ ਊਰਜਾ। ਨੈਕਸਟ ਕੁਐਸਚਨ, ਸ਼ੋਰ ਪ੍ਰਦੂਸ਼ਣ ਮਾਪਣ ਦੀ ਇਕਾਈ ਹੈ ਡੈਸੀਬਲ, ਪਾਰਟੀਕੂਲੇਟ ਪ੍ਰਤੀ ਮਿਲੀਅਨ, ਬ੍ਰਿਟਿਸ਼ ਥਰਮਲ ਯੂਨਿਟ, ਐਸਟਰੋਨੋਮਿਕਲ ਯੂਨਿਟ। ਰਾਈਟ ਆਂਸਰ ਇਜ਼ ਡੈਸੀਬਲ। ਨੈਕਸਟ ਕੁਐਸਚਨ, ਇੱਕੋ ਜਿਹੇ ਸੈੱਲਾਂ ਦਾ ਸਮੂਹ ਜੋ ਇੱਕੋ ਕੰਮ ਕਰਦੇ ਹਨ ਉਸਨੂੰ ਕੀ ਕਿਹਾ ਜਾਂਦਾ ਹੈ? ਤੰਤੂ। ਚਮੜੀ ਪਸੀਨੇ ਰਾਹੀਂ ਅਤੇ ਖੂਨ ਦੀਆਂ ਨਾੜੀਆਂ ਨੂੰ ਖੋਲ੍ਹ ਕੇ ਹੇਠਾਂ ਦਿੱਤਿਆਂ ਵਿੱਚੋਂ ਕਿਸ ਨੂੰ ਸਥਿਰ ਰੱਖਣ ਵਿੱਚ ਸਹਾਇਤਾ ਕਰਦਾ ਹੈ? ਤਾਪਮਾਨ ਨੂੰ ਸਥਿਰ ਰੱਖਣ ਵਿੱਚ ਸਹਾਇਤਾ ਕਰਦਾ ਹੈ। ਇਹਨਾਂ ਵਿੱਚ ਕਿਹੜਾ ਗ੍ਰਹਿ ਨਹੀਂ ਹੈ? ਸੂਰਜ ਗ੍ਰਹਿ ਨਹੀਂ ਹੈ। ਨੈਕਸਟ ਕੁਐਸਚਨ, ਕਿਹੜੇ ਗ੍ਰਹਿ ਨੂੰ ਸਵੇਰ ਦਾ ਤਾਰਾ ਤੇ ਸ਼ਾਮ ਦਾ ਤਾਰਾ ਕਿਹਾ ਜਾਂਦਾ ਹੈ? ਰਾਈਟ ਆਂਸਰ ਇਜ਼ ਵੀਨਸ, ਯਾਨੀ ਕਿ ਸ਼ੁੱਕਰ ਨੂੰ ਸਵੇਰ ਦਾ ਤਾਰਾ ਤੇ ਸ਼ਾਮ ਦਾ ਤਾਰਾ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ, ਪਰਿਸਥਿਤਿਕ ਮੰਡਲ ਦਾ ਸਭ ਤੋਂ ਉੱਪਰਲਾ ਪੱਧਰ ਕਿਹੜਾ ਹੈ? ਬਾਇਓਸਫੀਅਰ। ਸਭ ਤੋਂ ਉੱਪਰਲਾ ਪੱਧਰ ਕਿਹੜਾ ਆ? ਬਾਇਓਸਫੀਅਰ। ਨੈਕਸਟ ਕੁਐਸਚਨ, ਹੇਠਾਂ ਲਿਖੇ ਨੈਸ਼ਨਲ ਪਾਰਕਾਂ ਵਿੱਚੋਂ ਕਿਸ ਨੂੰ ਹੈਲੇ ਨੈਸ਼ਨਲ ਪਾਰਕ ਕਿਹਾ ਜਾਂਦਾ ਹੈ? ਰਾਈਟ ਆਂਸਰ ਇਜ਼ ਜਿਮ ਕਾਰਬੇਟ। ਵਾਤਾਵਰਣ ਵਿੱਚ ਡਾਈਆਕਸਿਨਸ ਕਿਸ ਪਦਾਰਥ ਦੇ ਬਲਣ ਨਾਲ ਪੈਦਾ ਹੁੰਦੇ ਹਨ? ਰਾਈਟ ਆਂਸਰ ਇਜ਼ ਪਲਾਸਟਿਕ। ਲਾਸਟ ਕੁਐਸਚਨ ਹੈ ਸੈਕਿੰਡ ਲਾਸਟ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜਾ ਸਮੁੰਦਰੀ ਪਰਿਸਥਿਤਿਕ ਪ੍ਰਬੰਧ ਜੈਵਿਕ ਵਿਭਿੰਨਤਾ ਪੱਖੋਂ ਬਹੁਤ ਹਾਨੀ ਹੈ? ਰਾਈਟ ਆਂਸਰ ਇਜ਼ ਕੋਰਲ ਰੀਫ। ਹੇਠਾਂ ਲਿਖਿਆਂ ਵਿੱਚੋਂ ਕਿਹੜੇ ਜੰਤੂ ਵਿੱਚ ਹੱਡੀਆਂ ਦਾ ਢਾਂਚਾ ਨਹੀਂ ਹੁੰਦਾ? ਰਾਈਟ ਆਂਸਰ ਇਜ਼ ਗੰਡੋਏ। ਸੋ ਇਹ ਆਪਣੇ ਸੀਗੇ 150 ਕੁਐਸਚਨ ਜਿਹਨਾਂ ਨੂੰ ਅਸੀਂ ਡਿਸਕਸ ਕੀਤਾ ਆ। PS ਟੈਟ 2015 'ਚ ਜਿਹੜਾ ਹੋਇਆ ਸੀਗਾ ਐਗਜ਼ਾਮ, ਉਸ ਨੂੰ ਪੇਪਰ 1 ਅਸੀਂ ਸਾਰਾ ਕੰਪਲੀਟ ਕਰ ਚੁੱਕੇ ਹਾਂ। ਨੈਕਸਟ ਵੀਡੀਓ ਦੇ ਵਿੱਚ ਅਸੀਂ ਨਵਾਂ ਪ੍ਰੀਵੀਅਸ ਈਅਰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਥੈਂਕ ਯੂ ਸੋ ਮਚ। ਐਂਡ ਤੁਸੀਂ ਇਸ ਵੀਡੀਓ ਨੂੰ ਅਗਰ ਪਸੰਦ ਆਉਂਦੀ ਹੈ ਤਾਂ ਲਾਈਕ ਕਰ ਸਕਦੇ ਹੋ ਅਗਰ ਤੁਹਾਡੇ ਲਈ ਰੀਅਲੀ ਹੈਲਪਫੁਲ ਹੋਈ ਹੈ। ਐਂਡ ਆਪਣੇ ਫਰੈਂਡਸ ਤੱਕ ਜ਼ਰੂਰ ਸ਼ੇਅਰ ਕਰਨਾ ਐਂਡ ਚੈਨਲ ਸਬਸਕ੍ਰਾਈਬ ਕਰੋ ਐਂਡ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ। ਥੈਂਕ ਯੂ ਸੋ ਮਚ।